ਸਤਿ ਸ੍ਰੀ ਅਕਾਲ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਜਦੋਂ ਹਮਲਾ ਹੋਇਆ ਤੇ ਭਾਰਤ ਦੀ ਹਕੂਮਤ, ਜਿਹੜੇ ਸਰਕਾਰ ਪ੍ਰਸਤ ਲੋਕ ਅੱਜ ਵੀ ਕਹਿੰਦੇ ਨੇ ਕਿ ਉਸ ਵੇਲੇ ਉੱਥੇ ਅੱਤਵਾਦੀ ਲੁਕੇ ਹੋਏ ਸੀਗੇ ਜਿਹੜੇ ਕਿ ਦੇਸ਼ ਦੇ ਵਾਸਤੇ ਖਤਰਾ ਬਣ ਗਏ ਸੀਗੇ, ਉਹਨਾਂ ਨੂੰ ਸਾਨੂੰ ਉੱਥੋਂ ਕੱਢਣ ਵਾਸਤੇ ਕਾਰਵਾਈ ਕਰਨੀ ਜ਼ਰੂਰੀ ਸੀ ਸਾਡੇ ਵਾਸਤੇ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅਸਲੀ ਤਾਂ ਗੱਲ ਇਹ ਹੈਗੀ ਆ ਕਿ ਮਾਈਨੋਰਟੀ ਦੇ ਉੱਤੇ ਇਸ ਦੇਸ਼ ਦੀ ਜਿਹੜੀ ਮਨੂਵਾਦੀ ਮਾਨਸਿਕਤਾ ਵਾਲੀ ਸਰਕਾਰ ਬਣਦੀ ਆ, ਚਾਹੇ ਉਹ ਕਾਂਗਰਸ ਦੇ ਰੂਪ 'ਚ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦੇ ਰੂਪ 'ਚ ਹੋਵੇ, ਜਾਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਜਿਹੜੀਆਂ ਪਾਰਟੀਆਂ ਆ, ਚਾਹੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਹੈ, ਇਹ ਮਿਲ ਜੁਲ ਕੇ ਘੱਟ ਗਿਣਤੀਆਂ ਦੇ ਨਾਲ ਜ਼ੁਲਮ, ਤਸ਼ੱਦਦ ਔਰ ਕਤਲੇਆਮ ਜਾਂ ਜੈਨੋਸਾਈਡ ਤੱਕ ਵੀ ਕਰਦੀਆਂ। ਉਹਦੇ 'ਚ ਕਦੇ ਬਾਰੀ ਪੈਂਦੀ ਆ। 1947 ਤੋਂ ਬਾਅਦ 1984 ਤੱਕ ਜਿਹੜੀ ਬਾਰੀ ਪਈ ਉਹ ਮੁਸਲਮਾਨ ਭਾਈਚਾਰੇ ਦੀ ਪਈ। 1964 ਦਾ ਜਿਹੜਾ ਗੁਜਰਾਤ ਦਾ ਜਿਹੜਾ ਨਰਸੰਹਾਰ ਜਿਹੜਾ ਕਾਂਡ ਹੈ, ਉਹੀ 2002 ਦੇ ਵਿੱਚ ਗੁਜਰਾਤ ਹੋਇਆ ਮੁਸਲਮਾਨਾਂ ਦੇ ਨਾਲ। ਲੇਕਿਨ ਜਿਹੜੀ ਇਹ ਬਾਰੀ ਜਦੋਂ 1984 'ਚ ਬਦਲ ਕੇ ਸਿੱਖਾਂ ਦੀ ਪਈ, ਉਹ ਜਿਹੜੀ ਬਾਰੀ ਆ ਅੱਜ ਉਹਦਾ ਜਿਹੜਾ ਤੁਸੀਂ 36 ਵਰ੍ਹੇ ਆਪਾਂ ਗਿਣਦੇ ਆ ਉਹਨਾਂ ਦੇ, ਔਰ ਅੱਜ ਤੱਕ ਕੋਈ ਸੁਣਵਾਈ ਨਹੀਂ, ਕੋਈ ਉੱਤੇ ਕਮਿਸ਼ਨ ਨਹੀਂ, ਕੋਈ ਉਹਦੀ ਪੜਚੋਲ ਨਹੀਂ। ਇਹ ਜੋ ਮਰਜ਼ੀ ਜਿਹੜੀਆਂ ਹਾਕਮਾਂ ਨੇ, ਜਿਹੜੀ ਸਟੇਟ ਹੈ, ਕੇਂਦਰ ਦੀ ਸਰਕਾਰ ਹੈ, ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬਿਆਨ ਹੈ, ਜਦੋਂ ਤੁਸੀਂ ਵੀ ਹੁਣ ਇਹ ਗੱਲ ਕੀਤੀ ਹੈ ਵੀ ਉੱਥੇ ਟੈਰਰਿਸਟ ਲੁਕੇ ਹੋਏ ਸੀ ਜਾਂ ਹੋਰ ਸੀ। ਸਰਕਾਰ ਹੈ, ਸਰਕਾਰ ਕੁਛ ਵੀ ਕਹਿ ਸਕਦੀ ਆ, ਸਰਕਾਰ ਨੂੰ ਹੱਕ ਹੁੰਦਾ ਆ, ਕਿਉਂਕਿ ਪਾਵਰ, ਜਿਹਦੇ ਕੋਲ ਪਾਵਰ ਹੁੰਦੀ ਉਹਦੇ ਕੋਲ ਸਾਰਾ ਕੁਝ ਹੁੰਦਾ ਆ। ਮੇਰੀ ਸਿੱਖ ਭਾਈਚਾਰੇ ਨੂੰ ਇਹ ਇੰਨੀ ਹੋਈ ਅਪੀਲ ਹੈ ਕਿ ਸਿੱਖ ਭਾਈਚਾਰੇ ਨੂੰ ਉਦੋਂ ਤੱਕ ਜ਼ੁਲਮ, ਤਸ਼ੱਦਦ ਔਰ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਏਗਾ ਜਦੋਂ ਤੱਕ ਅਸੀਂ ਗੁਰੂ ਸਾਹਿਬਾਂ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਭੁੱਲ ਕੇ ਬੈਠੇ ਰਹਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਆ ਕਿ ਜਿਹੜੀਆਂ ਮੌਕੇ ਦੀਆਂ ਹਕੂਮਤਾਂ ਨੇ, ਜਿਹੜੀਆਂ ਜ਼ੁਲਮ, ਤਸ਼ੱਦਦ, ਅਤਿਆਚਾਰ ਕਰਦੀਆਂ, ਜਿਨ੍ਹਾਂ ਨੂੰ ਗੁਰਬਾਣੀ ਨੇ ਸ਼ੇਰ ਬਘਿਆੜ ਤੱਕ ਦਾ ਦਰਜਾ ਦਿੱਤਾ, ਇਹਨਾਂ ਸ਼ੇਰਾਂ ਬਘਿਆੜਾਂ ਦੇ ਬਦਲਵੇਂ ਪ੍ਰਬੰਧ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਵੀ ਐਲਾਨ ਕੀਤਾ ਕਿ ਤਖਤ 'ਤੇ ਬੈਠਣ ਵਾਲਾ ਲਾਇਕ ਹੋਣਾ ਚਾਹੀਦਾ। ਤਖਤੇ ਰਾਜਾ ਸੋ ਬਹਿ ਜੋ ਤਖਤੇ ਲਾਇਕ ਹੋਵੇ। ਔਰ ਇਹ ਲਾਇਕੀ ਵੀ ਜਿਹੜੀ ਆ ਉਹ ਗਰੀਬ ਸਿੱਖਾਂ 'ਚੋਂ ਆਉਣੀ ਚਾਹੀਦੀ ਆ। ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਸਿੱਖ ਭਾਈਚਾਰਾ ਜਦੋਂ ਦੇਸ਼ ਦੇ ਵਿੱਚ ਅੰਗਰੇਜ਼ੀ ਕਾਲ ਦੇ ਵਿੱਚ ਕਾਨੂੰਨਾਂ ਦੀ ਗੱਲ ਚੱਲੀ, ਹੱਕਾਂ ਅਧਿਕਾਰਾਂ ਦੀ ਗੱਲ ਚੱਲੀ, ਇਹ ਕਾਂਗਰਸ ਦੀ ਘਨੇੜੀ ਚੜ੍ਹਨ ਦਾ ਜਿਹੜਾ ਸਿੱਖ ਭਾਈਚਾਰੇ ਨੂੰ ਖਮਿਆਜਾ 1984 'ਚ ਹੀ ਨਹੀਂ ਭੁਗਤਣਾ ਪਿਆ, ਅੱਜ ਤੱਕ ਭੁਗਤ ਰਹੇ ਹਾਂ। 84 ਵੀ ਉਸੇ ਲੜੀ ਦੇ ਵਿੱਚ। ਪਰ ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ, ਜਿੱਦਾਂ ਤੁਸੀਂ ਗੱਲ ਕਰਦੇ ਹੈਗੇ ਆ ਭਈ ਸਾਰੀਆਂ ਧਿਰਾਂ, ਉਸ ਵੇਲੇ ਤੁਸੀਂ ਵੀ ਹੈਗੇ ਸੀਗੇ, ਤੁਸੀਂ ਵੀ, ਤੁਹਾਡੀ ਪਾਰਟੀ ਵੀ ਸੀ ਉਸ ਵੇਲੇ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਪਹਿਲਾ ਨਰਸੰਹਾਰ ਜਿੱਦਾਂ ਤੁਸੀਂ ਕਹਿੰਦੇ ਹੋਏ ਵੀ ਜੇ 1984 ਵੇਲੇ ਤੁਸੀਂ, ਤੁਹਾਡੀ ਪਾਰਟੀ ਜਾਂ ਹੋਰ ਜਿਹੜੀਆਂ ਪਾਰਟੀਆਂ ਸੀਗੀਆਂ ਕਾਂਗਰਸ ਤੋਂ ਇਲਾਵਾ, ਵੀ ਜੇ ਉਹ ਵੀ ਬਰਾਬਰ ਨਾਲ ਖੜ ਕੇ ਹਾਂ ਦਾ ਨਾਰਾ ਮਾਰਦੀਆਂ, ਕਿਉਂਕਿ ਜੇ ਉਹਨਾਂ ਮੁਤਾਬਕ ਉੱਥੇ ਅੱਤਵਾਦੀ ਲੁਕੇ ਸੀਗੇ, ਉਹਨਾਂ ਦੇ ਮੁਤਾਬਕ, ਤਾਂ ਉੱਥੇ ਇਕੱਲੇ ਉਹਨਾਂ ਦਾ ਹੀ ਕਤਲ ਨਹੀਂ ਹੋਇਆ, ਉੱਥੇ ਆਮ ਸਿੱਖ ਸੰਗਤ ਲੋਕ ਦੱਸਦੇ ਆ। ਮੈਂ ਉਹਨਾਂ ਨੂੰ ਇੰਟਰਵਿਊ ਕਰਕੇ ਉਹਨਾਂ ਕਹਿੰਦੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਦੇ ਉੱਥੋਂ ਢੋਏ ਗਏ। ਜੇ ਉਸ ਵੇਲੇ ਹਾਂ ਦਾ ਨਾਰਾ ਵੱਜਾ ਹੁੰਦਾ ਸਾਰਿਆਂ ਵੱਲੋਂ, ਤਾਂ ਸ਼ਾਇਦ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਨਾ ਹੁੰਦਾ, ਈਸਾਈਆਂ ਦਾ ਕਤਲੇਆਮ ਨਾ ਹੁੰਦਾ। ਅੱਜ ਜਗ੍ਹਾ ਜਗ੍ਹਾ ਆਏ ਦਿਨ ਦਲਿਤ ਭਾਈਚਾਰੇ ਦੇ ਲੋਕਾਂ ਦੇ ਕਤਲ ਹੁੰਦੇ ਆ, ਸ਼ਾਇਦ ਉਹ ਨਾ ਹੁੰਦੇ। ਜੀ ਸੱਜਣ ਸਾਹਿਬ, ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਤੁਹਾਡੇ ਕੋਲ ਜਾਣਕਾਰੀ ਦੀ ਮੈਂ ਇੱਦਾਂ ਮੰਨਦਾ ਕਿ ਘਾਟ ਹੈ। ਬਹੁਜਨ ਸਮਾਜ ਪਾਰਟੀ ਜਦੋਂ 3 ਜੂਨ, 2 ਜੂਨ, 1 ਜੂਨ ਦੇ ਇਹ ਦਿਨ ਚੱਲ ਰਹੇ ਸੀ, ਬਹੁਜਨ ਸਮਾਜ ਪਾਰਟੀ ਦੀ ਉਮਰ ਜਿਹੜੀ ਆ 1 ਮਹੀਨਾ 16 ਦਿਨ ਹੈ। ਬਹੁਜਨ ਸਮਾਜ ਪਾਰਟੀ ਨੂੰ ਬਣੀ ਨੂੰ 1 ਮਹੀਨਾ 16 ਦਿਨ ਹੋਏ ਸੀ। 14 ਅਪ੍ਰੈਲ 1984 ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਜਿਹਦੇ ਦੇਸ਼ ਦੇ ਪ੍ਰਧਾਨ ਸੀ, ਔਰ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਮੌਜੂਦਾ ਪ੍ਰਧਾਨ ਨੇ, ਉਸ ਵੇਲੇ ਨੈਸ਼ਨਲ ਜਨਰਲ ਸੈਕਟਰੀ ਸਨ। 1984 ਵਾਪਰਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ, ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਹਿਬ ਕਾਸ਼ੀ ਰਾਮ ਜੀ ਨੇ ਜਿਹੜੀ ਯੋਜਨਾਬੰਦੀ ਕੀਤੀ, ਸਿੱਖ ਭਾਈਚਾਰੇ ਨੂੰ ਉਹ ਯੋਜਨਾਬੰਦੀ ਚੇਤੇ ਰੱਖਣੀ ਚਾਹੀਦੀ ਆ ਕਿ ਇਹ ਜਿਹੜਾ ਜ਼ੁਲਮ ਹੈ, ਧੱਕੇਸ਼ਾਹੀ ਕਾਂਗਰਸ ਨੇ ਕੀਤੀ ਸੀ 84 ਦੇ ਵਿੱਚ, ਔਰ RSS ਨੇ, ਅਡਵਾਨੀ ਨੇ, ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਔਰ ਵਿਸ਼ਵ ਹਿੰਦੂ ਪਰਿਸ਼ਦ RSS ਦੀਆਂ ਯਾਤਰਾਵਾਂ ਨੂੰ ਕਾਂਗਰਸ ਨੇ ਦਿੱਲੀ ਬਾਰਡਰ ਦੇ ਉੱਤੇ ਵੈਲਕਮ ਕੀਤਾ ਸੀ। ਅਡਵਾਨੀ ਸਾਹਿਬ ਜਿਹੜੇ ਹੈਗੇ ਆ
ਔਰ ਵਾਜਪਾਈ ਸਾਹਿਬ ਭਾਰਤੀ ਜਨਤਾ ਪਾਰਟੀ ਇਹ ਦਿੱਲੀ ਦੀਆਂ ਸੜਕਾਂ ਤੇ ਪ੍ਰੋਟੈਸਟ ਕੱਢਦੇ ਹੁੰਦੇ ਸੀ ਕਾਂਗਰਸ ਤੇ ਦਬਾਅ ਪਾਉਣ ਲਈ ਕਿ ਹਰਮੰਦਰ ਸਾਹਿਬ ਫੌਜ ਭੇਜੋ, ਜਿਹਦੇ ਨਾਲ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਲੰਬੇ ਸਮੇਂ ਤੋਂ ਜਾਰੀ ਚੱਲ ਰਹੀ ਆ ਬਾਦਲ ਪਰਿਵਾਰ ਦੀ। ਸਾਹਿਬ ਕਾਸ਼ੀ ਰਾਮ ਜੀ ਨੇ 84 ਦਾ ਬਦਲਾ ਕਾਂਗਰਸ ਨੂੰ ਢਾਹ ਕੇ 99 ਚ ਲਿਆ। ਮਾਨੇਵਰ ਸਾਹਿਬ ਕਾਸ਼ੀ ਰਾਮ 84 ਦਾ ਬਦਲਾ ਲੈਣ ਦੇ ਲਈ, ਕਾਂਗਰਸ ਨੂੰ ਹਰਾਉਣ ਦੇ ਲਈ ਪੰਜਾਬ ਦੀਆਂ ਵੱਖ-ਵੱਖ ਸਿੱਖ ਧਿਰਾਂ ਦੇ ਕੋਲ ਗਏ। ਉਹਨਾਂ ਸਿੱਖ ਧਿਰਾਂ ਕੋਲ ਵੀ ਗਏ ਜਿਹੜੀਆਂ ਹਰਮੰਦਰ ਸਾਹਿਬ ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਆ ਗਈਆਂ ਸੀ। ਪਰ ਮੈਂ ਤੁਹਾਡੀ ਗੱਲ ਟੋਕਦਾ, ਜੇ ਤੁਹਾਨੂੰ ਲੱਗਦਾ ਕਿ ਕਾਂਸ਼ੀ ਰਾਮ ਹੁਣਾਂ ਨੇ ਕਾਂਗਰਸ ਦੇ ਕੋਲੋਂ ਉਸ ਹਮਲੇ ਦਾ ਬਦਲਾ ਲਿਆ, ਤਾਂ ਫਿਰ ਜਿਹੜੇ ਉਹ ਹਮਲੇ ਦੇ ਪੀੜਤ ਸਿੱਖ ਨੇ ਅੱਜ ਉਹ ਤੁਹਾਡੇ ਨਾਲ ਖੜੇ ਹੁੰਦੇ, ਅੱਜ ਉਹ ਆਜ਼ਾਦੀ ਦੇ ਰਾਹ ਵੱਖਰੇ ਖਾਲਿਸਤਾਨ ਦੇ ਰਾਹ ਪਏ ਹੋਏ ਆ, ਉਹ ਤੁਹਾਡੇ ਨਾਲ ਖੜਦੇ ਹੋ? ਉਹਦਾ ਕਾਰਨ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਇਤਿਹਾਸ, ਉਹਦੇ ਕੀਤੇ ਹੋਏ ਕੰਮ ਸਿੱਖ ਭਾਈਚਾਰੇ ਕੋਲ ਤਾਂ ਛੱਡੋ। ਸੱਜਣ ਸਾਹਿਬ, ਤੁਸੀਂ ਬੜੇ ਬੁੱਧੀਜੀਵੀ ਹੋ, ਬੜਾ ਟੀਵੀ ਚੈਨਲ ਤੁਸੀਂ ਬਹੁਤ ਇੱਦਾਂ ਸੁਣਨੇ 'ਚ ਆਇਆ ਮੈਨੂੰ, ਅਤੇ ਤੁਹਾਡੇ ਕੋਲ ਵੀ ਮੈਨੂੰ ਲੱਗਦਾ ਇਹ ਘਟਨਾਵਾਂ ਦੀ ਸੂਚੀ ਨਹੀਂ ਹੈਗੀ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੇ ਜਿਹੜੇ ਕੰਮ ਕੀਤੇ ਆ। ਤੁਹਾਡੇ ਕੋਲ ਵੀ ਹੈ ਨਹੀਂ। ਆਮ ਸਿੱਖ ਦੀ ਤਾਂ ਮੈਂ ਹਲੇ ਦੂਰ ਦੀ ਗੱਲ ਸੋਚਦਾ। ਇਹ ਗੱਲਾਂ ਪੁੱਜ ਸਕਦੀਆਂ ਜੇ ਤੁਹਾਡੇ ਵਰਗੇ ਸਤਿਕਾਰਯੋਗ ਚੈਨਲ ਜਿਹੜੇ ਆ ਇਹਨਾਂ ਗੱਲਾਂ ਨੂੰ ਫੈਲਾਉਣ ਦਾ ਕੰਮ ਕਰਨ। ਇਹ ਪੁੱਜ ਸਕਦੀਆਂ। ਸਿੱਖ ਭਾਈਚਾਰਾ ਜਿਹੜਾ ਆ ਉਹ ਰੋਜ਼ ਅਰਦਾਸ ਕਰਦਾ, ਮਨ ਨੀਵਾਂ ਮੱਤ ਉੱਚੀ। ਤਾਂ ਮੈਨੂੰ ਉਹਨਾਂ ਦੀ ਮੱਤ 'ਤੇ ਪੂਰਨ ਭਰੋਸਾ ਸਿੱਖ ਭਾਈਚਾਰੇ ਦੇ। ਜੇ ਉਹਨਾਂ ਤੱਕ ਬਹੁਜਨ ਸਮਾਜ ਪਾਰਟੀ ਦੀ ਸਹੀ ਗੱਲ ਔਰ ਸਹੀ ਇਤਿਹਾਸ ਜਾਵੇ ਤਾਂ ਉਹ ਆਪਣੀ ਮੱਤ ਜਿਹੜੀ ਅੱਜ ਤੱਕ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਇੱਕ ਬੇ ਬਣਾ ਕੇ ਨਹੀਂ ਚਲਾਈ, ਉਹ ਆਉਣ ਵਾਲੇ ਸਮੇਂ 'ਚ ਚਲਾ ਸਕਦੇ ਆ। ਪਰ ਉਹ ਤੁਸੀਂ ਲੈ ਕੇ ਜਾਣੀ ਸੀ ਨਾ, ਉਹ ਤੁਸੀਂ ਨਾਕਾਮ ਰਹੇ ਉੱਚ? ਬਿਲਕੁਲ ਨਾਕਾਮ ਨਹੀਂ ਰਹੇ। ਜਿਹੜੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋੜਾ ਆ ਉਹ ਮਨੂਵਾਦੀ ਮੀਡੀਆ ਜਿਹੜਾ ਆ, ਉਹ ਮਾਨਸਿਕਤਾ ਜਿਹੜੀ ਜਾਤੀਵਾਦੀ, ਉਹ ਜਾਤੀਵਾਦੀ ਮਾਨਸਿਕਤਾ ਜਿਹੜੀ ਆ ਕਿ ਇਹਨਾਂ ਦੀ ਗੱਲ ਨਹੀਂ ਕਰਨੀ, ਸਾਡਾ ਕਿਤੇ ਚੈਨਲ ਹੀ ਨਾ ਸ਼ੂਟ ਹੋ ਜਾਏ। ਉਹਦੇ 'ਚ ਇਕੱਲੇ ਮਨੂਵਾਦੀ ਮਾਨਸਿਕਤਾ, ਚਾਹੇ ਉਹ ਸਿੱਖੀ ਸਰੂਪ ਵਾਲੇ ਵੀ ਚੈਨਲ ਹੈ, ਉਹਨਾਂ ਨੂੰ ਵੀ ਅੱਜ ਮੈਂ ਤੁਹਾਡੇ ਮੰਚ ਤੋਂ ਇਹ ਗੱਲ ਕਹਿਣੀ ਚਾਹੁੰਦਾ, ਉਹਨਾਂ ਨੂੰ ਵੀ ਇਹ ਲੱਗਦਾ ਕਿਸੇ ਨੇ ਆਪਣੇ ਚੈਨਲ ਦਾ ਨਾਂ ਗੁਰਬਾਣੀ ਦੀਆਂ ਤੁਕਬੰਦੀਆਂ 'ਚੋਂ ਕੱਢ ਕੇ ਰੱਖੇ ਹੋ ਆ, ਕਿਸੇ ਨੇ ਪੰਜਾਬ ਦੇ ਨਾਂ 'ਤੇ ਰੱਖੇ ਹੋ ਆ। ਅੱਜ ਪੰਜਾਬ ਦੀ ਧਰਤੀ ਦਾ ਇੱਕੋ ਹੀ ਇੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਮਨੁੱਖ ਹੈ, ਮਹਾਪੁਰਸ਼ ਹੈ, ਉਹ ਸਾਹਿਬ ਕਾਸ਼ੀ ਰਾਮ ਹੈ, ਜਿਹਨੇ ਸਾਈਕਲ 'ਤੇ ਚੱਲ ਕੇ ਬਿਨਾਂ ਸਾਧਨਾ ਤੋਂ ਰਾਸ਼ਟਰੀ ਪਾਰਟੀ ਬਣਾਈ। ਜਿਹੜਾ ਸਾਡਾ ਪੰਜਾਬ ਦਾ ਸਿੱਖ ਭਾਈਚਾਰਾ ਇਹ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਦਾ ਮਾਲਕ ਹੈ, ਲੇਕਿਨ ਰਾਜਨੀਤੀ ਦੇ ਵਿੱਚ ਇਹ ਗੰਗੂ ਦੀ ਗੁਲਾਮੀ ਕਰਦਾ, ਦਿੱਲੀ ਵਾਲੇ ਗੰਗੂ ਦੀ ਗੁਲਾਮੀ ਕਰਦਾ। ਉਹ ਕਿਸੇ ਰੂਪ ਦੇ ਵਿੱਚ ਜਿਹੜਾ ਪੰਜਾਬ ਦਾ ਸਿੱਖ ਹੈ, ਚਾਹੇ ਉਹ ਅਕਾਲੀ ਦਲ ਦੇ ਰੂਪ ਦੇ ਵਿੱਚ ਆਉਂਦਾ ਆ, ਚਾਹੇ ਕਿਸੇ ਹੋਰ ਰੂਪ ਦੇ ਵਿੱਚ ਆਉਂਦਾ ਆ, ਲੇਕਿਨ ਬਹੁਜਨ ਸਮਾਜ ਪਾਰਟੀ ਨੂੰ ਦਸ਼ਮੇਸ਼ ਪਿਤਾ ਦੇ ਗਰੀਬ ਸਿੱਖ, ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ, ਸਮਰਥਕਾਂ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਨੂੰ ਇਹ ਸਿਹਰਾ ਜਾਂਦਾ ਆ ਕਿ ਅੱਜ ਜੇ ਦੇਸ਼ ਦੇ ਵਿੱਚ ਗੰਗੂ ਨੂੰ ਕੋਈ ਚੁਣੌਤੀ ਦੇ ਰਿਹਾ, ਮਨੂ ਨੂੰ ਕੋਈ ਚੁਣੌਤੀ ਦੇ ਰਿਹਾ, ਵੰਡ ਪਾਊ ਵਿਚਾਰਧਾਰਾ ਨੂੰ ਕੋਈ ਚੁਣੌਤੀ ਦੇ ਰਿਹਾ, ਤਾਂ ਉਹ ਬਹੁਜਨ ਸਮਾਜ ਪਾਰਟੀ ਆ। ਉਹਦੇ ਤੱਕ ਗੱਲਾਂ ਪਹੁੰਚਾਉਣ ਦੇ ਲਈ ਸਾਰੇ ਜਿਹੜੇ ਚੈਨਲ ਜਿਹੜੇ ਮਾਨਸਿਕੀ ਜਾਤੀ ਸੱਭੇ ਏਕੇ ਪਹਿਚਾਣ ਬੋਧ ਦੇ ਆਧਾਰ 'ਤੇ ਚੱਲਦੇ, ਚਾਹੇ ਤੁਸੀਂ ਆ, ਚਾਹੇ ਤੁਹਾਡੇ ਵਰਗੇ ਪੰਜਾਬ ਦੇ ਵੱਖ-ਵੱਖ ਚੈਨਲ ਹੈ। ਮੈਂ ਦਾਅਵੇ ਨਾਲ ਕਹਿਣਾ, ਜਦੋਂ ਦਾ ਪਿਛਲੇ 1 ਸਾਲ ਦਾ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਕੋਈ ਇੱਕ ਚੈਨਲ ਕਹੇ ਜਿਹਨੇ ਇਹ ਕਿਹਾ ਹੋਵੇ ਕਿ ਜਸਵੀਰ ਸਿੰਘ ਗੜੀ ਸਾਹਿਬ ਤੁਹਾਡੀ ਅਸੀਂ ਇੰਟਰਵਿਊ ਕਰਨੀ ਪ੍ਰਧਾਨ ਸਾਹਿਬ, ਉਹਨਾਂ ਨੂੰ ਲੱਗਦਾ ਵੀ ਇਹ ਸਿੱਖ ਤਾਂ ਹੈ, ਲੇਕਿਨ ਇਹ ਸਿੱਖ ਜਿਹੜਾ ਆ ਇਹ ਝੁੱਗੀਆਂ 'ਚੋਂ ਆਇਆ, ਇਹ ਸਾਡਾ ਚੈਨਲ ਪਿੱਟ ਹੋ ਜਾਣਾ ਜੇ ਕਿਤੇ ਇਹਦੀ ਇੰਟਰਵਿਊ ਕਰਾਤੀ। ਗੜੀ ਸਾਹਿਬ, ਪਰ ਇੱਥੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਇੱਥੇ ਜਿਹੜੀ ਤੁਸੀਂ ਗੱਲ ਕਰੋਗੇ ਬਿਲਕੁਲ ਵੀ ਮੈਂ ਤੁਹਾਡੀ ਗੱਲ ਟੋਕੂੰਗਾ ਵੀ ਨਹੀਂ, ਤੁਸੀਂ ਗੱਲ ਆਪਣੀ ਜਿਹੜੀ ਬੇਬਾਕੀ ਨਾਲ ਕਰ ਸਕਦੇ ਆ ਔਰ ਇਹਦੇ ਵਿੱਚ ਕਿਤੇ ਵੀ ਕੋਈ ਕੱਟ ਨਹੀਂ ਲੱਗੂਗਾ। ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ ਹੈ ਕਿ ਤੁਹਾਨੂੰ ਕੀ ਲੱਗਦਾ ਹੈਗਾ, ਹਕੂਮਤ ਆਪਣਾ ਪੱਖ ਰੱਖਦੀ ਆ, ਸਿੱਖ ਆਪਣਾ ਪੱਖ ਰੱਖਦੇ ਆ, ਵੱਖ-ਵੱਖ ਜਥੇਬੰਦੀਆਂ, ਤੁਹਾਨੂੰ ਕੀ ਲੱਗਦਾ ਕਿ ਜੂਨ 84 ਵਿੱਚ ਉਸ ਵੇਲੇ ਦੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ? ਕਿਉਂ ਉਸ ਤਖਤ ਅਕਾਲ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਜਿਹੜੇ 6ਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਿਰਜਿਆ ਸੀ? ਮੇਰੀ ਜਿਹੜੀ ਸੋਚ ਹੈ, ਨਿੱਜੀ ਸੋਚ, ਜੋ ਬਹੁਜਨ ਸਮਾਜ ਪਾਰਟੀ ਦੀ ਸੋਚ ਹੈ, ਉਹ ਸੋਚ ਜੂਨ 84 ਦੀਆਂ ਘਟਨਾਵਾਂ 'ਤੇ ਅੱਜ ਦੇ ਦਿਨ ਦੁੱਖ ਪ੍ਰਗਟ ਕਰਦੀ ਆ, ਅਫਸੋਸ ਪ੍ਰਗਟ ਕਰਦੀ ਹੈ। ਮੇਰੀ ਸੋਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਥੋੜ੍ਹੀ ਜਿਹੀ ਇੱਕ ਕਦਮ ਅੱਗੇ ਆ। ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ, ਗੁਰਬਾਣੀ ਨੇ ਸੰਦੇਸ਼ ਦਿੱਤਾ, ਜੇ ਜੀਵੇ ਪਤ ਲੱਥ ਜਾਏ ਸਭ ਹਰਾਮ ਜੇ ਤੱਕ ਛਕਾਏ। ਅੱਜ ਅਸੀਂ ਕਾਂਗਰਸ ਨੂੰ, ਜਿਹਨੇ ਗੁਰੂ ਘਰ ਢਾਏ, ਸ਼੍ਰੀ ਅਕਾਲ ਤਖਤ ਸਾਹਿਬ ਢਾਇਆ, ਗੁਰੂ ਘਰ 'ਤੇ ਹਮਲਾ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ
ਪੱਤਰੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਪਾਏ ਗਏ, ਉਹਨਾਂ ਤੱਕ ਗੋਲੀਆਂ ਵੱਜੀਆਂ, ਖੂਨ ਜਿਹੜਾ ਆ ਉਹ ਸਰੋਵਰ, ਪਵਿੱਤਰ ਸਰੋਵਰ ਜਿਹੜਾ 84 ਦੇ ਵਿੱਚ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਦੀ ਦਬਾਅ ਥੱਲੇ ਆ ਕੇ ਇਹ ਹੋਇਆ। ਬਹੁਜਨ ਸਮਾਜ ਪਾਰਟੀ ਇੱਕੋ ਹੀ ਇੱਕ ਜਦੋਂ ਵੀ ਇਹ ਘਟਨਾਵਾਂ ਸੋਚਦੀ ਆ, ਮੈਂ ਨਹੀਂ, ਇਹ ਸਾਨੂੰ ਸਾਹਿਬ ਕਾਸ਼ੀ ਰਾਮ ਜੀ ਨੇ ਇਹ ਗੱਲਾਂ ਜਿਹੜੀਆਂ ਉਹ ਪ੍ਰੈਕਟੀਕਲੀ ਜਿਹੜੀ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਸੁਣਿਓ। ਅਸੀਂ ਸੋਚ ਰਹੇ ਹਾਂ ਅੱਜ ਦੇ ਦਿਨ ਵੀ ਕਿ ਜੇ ਜੀਵੇ ਪਤ ਲੱਥ ਜਾਏ ਸਭ ਹਰਾਮ ਜੇਤਾ ਕੁਛ ਖਾਏ। ਤਾਂ ਅੱਜ ਦੇ ਦਿਨ ਵੀ ਅਸੀਂ ਜਿਹੜਾ ਕਾਂਗਰਸ ਨੂੰ ਹਰਾਉਣ ਦਾ, ਗੰਗੂਵਾਦੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਸੋਚਦੇ ਹਾਂ। ਇਹਨੂੰ ਪੰਜਾਬੀ 'ਚ ਕਹਿ ਸਕਦੇ ਹਾਂ, ਪੱਗ ਨੂੰ ਹੱਥ ਪਿਆ ਆ, 36 ਸਾਲ ਹੋ ਗਏ, ਅਸੀਂ ਬਦਲਾ ਲੈਣ ਦਾ ਸੋਚਦੇ ਹਾਂ। ਤੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ, ਕਦੇ ਸਾਨੂੰ ਵੀ ਸੁਣੋ। ਅਸੀਂ ਭਾਈ ਸਾਹਿਬ ਜੀ, ਜਿਹੜੇ ਸਿੱਖ ਲੜਾਕੇ ਉਸ ਵੇਲੇ ਦਰਬਾਰ ਸਾਹਿਬ ਦੇ ਸਮੂਹ ਦੇ ਅੰਦਰੋਂ ਅਕਾਲ ਤਖਤ ਸਾਹਿਬ ਤੋਂ ਹਕੂਮਤ ਦੇ ਨਾਲ ਲੜੇ, ਕੀ ਤੁਸੀਂ ਉਹਨਾਂ ਦੇ ਹੱਕ 'ਚ ਖੜਦੇ ਆ ਜਾਂ ਤੁਹਾਨੂੰ ਲੱਗਦਾ ਕਿ ਉਹ ਆਪਣੀ ਜਗ੍ਹਾ ਕੁਛ ਹੱਦ ਤੱਕ ਸਹੀ ਸੀ? ਮੈਂ ਫਿਰ ਇਹ ਬੇਨਤੀ ਕਰਦਾ ਕਿ ਬਹੁਜਨ ਸਮਾਜ ਪਾਰਟੀ ਜਦੋਂ ਵੀ ਜ਼ੁਲਮ ਔਰ ਤਸ਼ੱਦਦ ਹੁੰਦਾ, ਘਟਨਾਵਾਂ ਘਟਦੀਆਂ ਆ, ਅੱਜ ਦੇ ਦਿਨ ਅਸੀਂ ਜਿਹੜਾ ਹੈਗਾ, ਅਸੀਂ ਭਵਿੱਖ ਜਿਹੜਾ ਹੈਗਾ ਉਹ ਦੇਖ ਰਹੇ ਹਾਂ ਕਿ ਭਵਿੱਖ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਰਹੀਆਂ ਉਹਨਾਂ ਨੂੰ ਦੂਰ ਕਿੱਦਾਂ ਕਰਨਾ। ਅੱਜ ਤੱਕ ਸਿੱਖ ਧਰਮ ਦੀ ਸਾਡੇ ਇਹਦੀ ਤਰਾਸਦੀ ਰਹੀ ਆ ਜੁਝਾਰੂ ਕੌਮ ਦੀ ਕਿ ਢਾਡੀਆਂ ਔਰ ਸਰੰਗੀਆਂ ਦੇ ਨਾਲ ਇਤਿਹਾਸ ਤਾਂ ਆਪਾਂ ਬਹੁਤ ਗਾ ਲਿਆ, ਪੜ੍ਹ ਲਿਆ, ਰੋ ਕੇ ਵੀ ਕੋਈ ਸਾਨੂੰ ਆਉਂਦਾ ਕੀਰਤਨੀਆਂ ਉਹ ਦੀਵਾਰਾਂ 'ਚ ਸਾਹਿਬਜ਼ਾਦਿਆਂ ਦੇ ਚਿਣਿਆਂ ਦੇ ਉਹ ਘਟਨਾਵਾਂ ਸੁਣਾ ਕੇ ਸਾਡੇ ਕੀਰਨੇ ਪਵਾ ਜਾਂਦਾ ਆ। ਕੋਈ ਢਾਡੀ ਆਉਂਦਾ ਆ ਸਾਨੂੰ ਪਿਛਲੀਆਂ 12 ਸੁਣਾਉਂਦਾ ਆ ਤੇ ਰਵਾ ਜਾਂਦਾ ਆ। ਬਹੁਜਨ ਸਮਾਜ ਪਾਰਟੀ ਉਹਨਾਂ ਹੰਝੂਆਂ ਦਾ ਬਦਲਾ ਲੈਣਾ ਚਾਹੁੰਦੀ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਸਿੱਖ ਨੂੰ ਸਾਹਿਬ ਕਾਸ਼ੀ ਰਾਮ ਜੀ ਨੇ ਕਿਹਾ ਸੀ ਕਿ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ। ਸਿੱਖ ਸਮਾਜ ਨੇ ਆਪਣਾ ਜਿਹੜਾ ਹਿੱਤ ਹੈ ਪੰਜਾਬ ਦੀ ਧਰਤੀ ਤੇ ਕਦੇ ਕਾਂਗਰਸ ਚੋਂ ਲੱਭਿਆ, ਰਗੜਿਆ ਗਿਆ, ਕਦੇ ਭਾਰਤੀ ਜਨਤਾ ਪਾਰਟੀ ਚੋਂ ਲੱਭਿਆ। ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਔਰ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਸਰਸੰਘ ਚਾਲਕ ਗੁਰੂ, ਉਹਨਾਂ ਦੇ ਜਿਹੜੇ ਗੁਲਵਲਕਰ ਨੇ, ਜਿਹੜੇ ਉਹਨਾਂ ਦੇ ਨਾਗਪੁਰੀਏ, ਉਹ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਵੀ ਸਿੱਖ ਜਿਹੜੀ ਕੌਮ ਵਿਸ਼ੇਸ਼ ਵਿਲੱਖਣ ਕੌਮ ਹੈ ਉਹਨੂੰ ਚੁਣੌਤੀਆਂ ਦਿੰਦੇ ਰਹੇ। ਕਦੇ ਸਿੱਖ ਭਾਈਚਾਰਾ ਸ਼ਹੀਦਾਂ ਦੀਆਂ ਝੂਠੀਆਂ ਸੌਹਾਂ ਮੱਥੇ ਨੂੰ ਲਾ ਕੇ ਸਹੁੰ ਖਾਣੇ ਵਾਲੇ, ਭਾਵਕਤਾ ਦੇ ਨਾਅਰੇ ਦੇਣੇ ਵਾਲੇ, ਜਿਹੜੇ ਪੰਜਾਬ ਹਿਤੈਸ਼ੀ, ਪੰਥ ਹਿਤੈਸ਼ੀ, ਪਾਣੀ ਹਿਤੈਸ਼ੀ, ਪੀ ਪਤਾ ਨਹੀਂ ਕਿਹੜੀ ਕੀ, ਤੇ ਇਹ ਸਿੱਖ ਸਮਾਜ ਗੁੰਮਰਾਹ ਹੋ ਜਾਂਦਾ। ਕਦੇ ਇਹੀ ਸਿੱਖ ਸਮਾਜ ਕਦੇ ਕੋਈ ਟੋਪੀ ਪਾ ਕੇ ਆਉਂਦਾ ਦਿੱਲੀੋਂ, RSS ਦਾ ਕੋਈ ਚੇਲਾ, ਇਹ ਉਹਦੇ ਮਗਰ ਗੁੰਮਰਾਹ ਹੋ ਜਾਂਦਾ। ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ? ਨਹੀਂ, ਮੈਂ ਟੋਪੀ ਤਾਂ ਕਦੇ ਕੋਈ ਵੀ ਪਾ ਕੇ ਆ ਜਾਂਦਾ। ਆਰੀਆ ਸਮਾਜੀ ਪਾ ਕੇ ਆਏ ਟੋਪੀ ਆ, ਉਹਦੇ ਮਗਰ ਵੀ ਹੋ ਗਏ ਸੀਗੇ 100 ਸਾਲ ਪਹਿਲਾਂ। ਉਹ ਤਾਂ ਰੂਪ ਬਦਲ ਕੇ ਆਉਂਦੇ ਨੇ। ਸਿੱਖ ਭਾਈਚਾਰਾ ਜਿਹੜਾ ਹੈਗਾ ਉਹਨੂੰ ਇਤਿਹਾਸ, ਖਾਸ ਤੌਰ ਤੇ ਜਿਹੜੇ ਸਿੱਖ ਸਮਾਜ ਦੇ ਬੁੱਧੀਜੀਵੀ ਨੇ, 1984 ਦੇ ਵਿੱਚ 85 ਦੇ ਵਿੱਚ ਜਦੋਂ ਵੱਡਾ ਦਰਖਤ ਡਿੱਗਿਆ, ਜ਼ਮੀਨ ਹਿੱਲੀ, ਸਭ ਤੋਂ ਵੱਧ ਜਿਹੜੀਆਂ ਸੀਟਾਂ ਉਨੀਆਂ ਨਹਿਰੂ ਨੇ ਨਹੀਂ ਜਿੱਤੀਆਂ ਜਿੰਨੀਆਂ ਰਾਜੀਵ ਗਾਂਧੀ ਜਿੱਤ ਗਿਆ। ਉਨੀਆਂ ਨਾਨੇ ਨੇ ਨਹੀਂ ਜਿੱਤੀਆਂ ਜਿੰਨੀਆਂ ਦੋਹਤਾ ਜਿੱਤ ਗਿਆ। ਲੇਕਿਨ 99 ਦੇ ਵਿੱਚ ਕਿਆ ਹੋਇਆ ਕਿ ਸਿੱਖ ਜਿਹੜੇ ਹੈਗੇ ਆ ਉਹ ਕਾਂਗਰਸ ਨੂੰ ਸਿਰਫ 2 ਸੀਟਾਂ ਤੇ ਸੀਮਿਤ ਕਰ ਦਿੰਦੇ ਆ। ਉਹ ਘਟਨਾਵਾਂ ਜਦੋਂ ਤੱਕ ਤੁਸੀਂ ਇਹ ਪੜਚੋਲ ਸਿੱਖ ਭਾਈਚਾਰਾ ਨਹੀਂ ਕਰਦਾ, ਉਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਸੀ ਕਿ ਕਾਂਗਰਸ ਨੂੰ 5 ਸਾਲਾਂ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਨੇਸਤਾ ਨਾਬੂਦ ਕਰ ਦਿੱਤਾ। ਉਸੇ ਹੀ ਕਾਂਗਰਸ ਨੂੰ ਬਹੁਜਨ ਸਮਾਜ ਪਾਰਟੀ 2022 'ਚ ਨੇਸਤਾ ਨਾਬੂਦ ਕਰਨਾ ਚਾਹੁੰਦੀ ਆ। 1984 ਔਰ 99 ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਸੀ ਨੇਸਤਾ ਨਾਬੂਦ ਕਰਨ ਦੇ ਪਿੱਛੇ ਕਾਂਗਰਸ ਨੂੰ, ਔਰ 2022 ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੁੰਦੇ ਹਾਂ। ਸਾਨੂੰ ਜਿਹੜਾ ਸਿੱਖ ਭਾਈਚਾਰਾ ਆ ਉਹ 'ਤੇ ਪੂਰਨ ਭਰੋਸਾ ਆ ਕਿ ਉਹ ਬੜੇ ਬੁੱਧੀਜੀਵੀ ਨੇ ਔਰ ਉਹਨਾਂ ਦੇ ਜ਼ਖਮ ਜਿਹੜੇ ਨੇ ਬਦਲਾ ਲੈਣ ਵਾਲੇ ਅੱਜ ਤੱਕ ਅੱਲੇ ਨੇ। ਲੇਕਿਨ ਉਹ ਬਦਲਾ ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਹੋਏ ਭਾਰਤੀ ਸੰਵਿਧਾਨ 4 ਫੁੱਟ ਦੇ ਪਰਦੇ ਦੇ ਪਿੱਛੇ ਇੱਕ ਉਂਗਲੀ ਜਿਹੜੀ ਬਟਨ ਦੱਬਦੀ ਆ, ਬੈਲਟ ਪੇਪਰ ਵਾਲਾ, ਅੱਜ ਬੈਲਟ ਪੇਪਰ ਬਟਨ ਵਾਲੀ ਆ, ਉਹ ਉਂਗਲੀ ਜਿਹੜੀ ਬੈਲਟ ਪੇਪਰ ਦੇ ਨਾਲ ਕ੍ਰਾਂਤੀ ਕਰਨਾ ਚਾਹੁੰਦੀ ਹੈ। ਸਾਨੂੰ ਉਹਨਾਂ 'ਤੇ ਭਰੋਸਾ ਆ ਕਿ ਉਹ ਬਹੁਜਨ ਸਮਾਜ ਬਣਨ ਦੇ ਲਈ, ਆਪਣੇ ਹਿੱਤ ਸੁਰੱਖਿਅਤ ਕਰਨ ਦੇ ਲਈ, ਦਸ਼ਮੇਸ਼ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਲਈ, ਇਹਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਉਹ ਬਹੁਜਨ ਸਮਾਜ ਪਾਰਟੀ ਦੇ ਵੱਲ ਜ਼ਰੂਰ ਉਹ ਆਪਣਾ ਜਿਹੜਾ ਧਿਆਨ ਲਗਾ ਕੇ ਸੋਚਣਗੇ। ਭਾਈ ਸਾਹਿਬ ਜੀ, ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਜਦੋਂ ਜੂਨ 84 ਵਾਪਰਦਾ, ਨਵੰਬਰ 84 ਵਾਪਰਦਾ, ਅਤੇ ਰਾਜੀਵ ਗਾਂਧੀ ਨੂੰ ਕਿੰਨੀ ਵੱਡੀ ਵੋਟ ਜਿਹੜੀ ਹੈਗੀ ਆ ਉਹ ਮਿਲਦੀ ਹੈਗੀ ਆ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੈਗਾ ਕਿ ਜਿਹੜੇ ਦੇਸ਼ ਦੇ ਲੋਕ ਹੈਗੇ ਨੇ ਉਹਨਾਂ ਦੀ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੇ ਸਿੱਖਾਂ ਦਾ ਕਤਲੇਆਮ ਹੁੰਦਾ ਹੈਗਾ ਘੱਟ ਗਿਣਤੀਆਂ ਦਾ, ਤਾਂ ਕਤਲ ਕਰਨ ਵਾਲਿਆਂ ਨੂੰ
ਵੱਡੀ ਗਿਣਤੀ ਵਿੱਚ ਲੋਕ ਵੋਟਾਂ ਪਾ ਕੇ ਜਿਤਾਉਂਦੇ ਨੇ। ਜੇ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੁੰਦਾ ਗੁਜਰਾਤ ਦੇ ਵਿੱਚ ਤਾਂ ਬੀਜੇਪੀ ਉੱਥੋਂ ਨਰਿੰਦਰ ਮੋਦੀ ਨਿਕਲ ਕੇ ਆਉਂਦੇ ਹੈਗੇ ਆ। ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋਇਆ ਪਿਆ ਹੈ? ਲੋਕਾਂ ਦੀ ਮਾਨਸਿਕਤਾ ਨੂੰ ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਉਹ ਬਿਲਡ ਅਪ ਕਰਦੀਆਂ ਆਪਣੇ ਵੰਡ ਪਾਊ ਔਰ ਜਾਤੀਵਾਦੀ ਔਰ ਧਾਰਮਿਕ ਫਿਰਕੂ ਵਾਲੇ ਨਜ਼ਰੀਏ ਨਾਲ। ਦੇਸ਼ ਦੀ ਸਭ ਤੋਂ ਵੱਡੀ ਜਿਹੜੀਆਂ ਦੋ ਪਾਰਟੀਆਂ ਜਾਤੀਵਾਦੀ ਔਰ ਫਿਰਕੂਵਾਦੀ ਆ, ਜਿਹਦੇ 'ਚ ਸਭ ਤੋਂ ਜ਼ਿਆਦਾ ਸਮਾਂ ਰਾਜ ਭਾਰਤ ਦੇ ਉੱਤੇ ਕਾਂਗਰਸ ਨੇ ਕੀਤਾ, ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਆ। ਅੱਜ ਦੇ ਦਿਨ ਸਭ ਤੋਂ ਵੱਡੀ ਜਾਤੀਵਾਦੀ ਔਰ ਧਾਰਮਿਕ ਫਿਰਕੂਵਾਦੀ ਜਿਹੜੀ ਪਾਰਟੀ ਆ ਉਹ ਭਾਰਤੀ ਜਨਤਾ ਪਾਰਟੀ ਆ। ਇਹ ਜਿਹੜੀ ਵਿਚਾਰਧਾਰਾ ਇਹਨਾਂ ਦੀ ਸਾਂਝੀ ਵਿਚਾਰਧਾਰਾ ਆ, ਉਹ ਵਿਚਾਰਧਾਰਾ ਮਨੂ ਦੀ ਵਿਚਾਰਧਾਰਾ ਆ, ਭਾਰਤੀ ਸੰਵਿਧਾਨ ਨੂੰ ਰੱਦ ਕਰਨ ਦੀ ਵਿਚਾਰਧਾਰਾ ਆ। ਇਹਨਾਂ ਦੇ ਖਿਲਾਫ ਜੇ ਕੋਈ ਦੇਸ਼ ਦੇ ਵਿੱਚ ਜੇ ਕੋਈ ਵਿਚਾਰਧਾਰਾ ਖੜੀ ਆ, ਉਹ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਦਾ ਭਾਰਤੀ ਸੰਵਿਧਾਨ ਖੜਾ ਆ। ਮੈਂ ਆਮ ਲੋਕਾਂ ਦੇ ਬਾਰੇ ਜਾਣਨਾ ਚਾਹੁੰਦਾ, ਆਮ ਲੋਕਾਂ ਦੀ ਮਾਨਸਿਕਤਾ ਨੂੰ ਤੁਸੀਂ ਕਿੱਦਾਂ ਦੇਖਦੇ ਆ ਵੀ ਉਹ ਘੱਟ ਗਿਣਤੀਆਂ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਵੋਟਾਂ ਪਾਉਂਦੇ ਨੇ? ਉਹ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਵਿਚਾਰਧਾਰਾ ਉਹ ਬਾਬਾ ਸਾਹਿਬ ਅੰਬੇਡਕਰ ਦੀ ਆ, ਉਸ ਵਿਚਾਰਧਾਰਾ ਦੇ ਵਿੱਚ ਅਗਵਾਈ ਜੇ ਕੋਈ ਕਰ ਰਿਹਾ ਦੇਸ਼ 'ਚ, ਉਹ ਬਹੁਜਨ ਸਮਾਜ ਪਾਰਟੀ ਆ। ਅੱਜ ਭੈਣ ਕੁਮਾਰੀ ਮਾਇਆਵਤੀ। ਦੋਹਾਂ ਪਾਰਟੀਆਂ ਦਾ ਕੇਡਰ ਸਮਾਜ ਵਿੱਚ ਵਿਚਰਦਾ ਆ, ਦੋਹਾਂ ਵਿਚਾਰਧਾਰਾਵਾਂ ਦਾ ਕੇਡਰ ਸਮਾਜ 'ਚ ਵਿਚਰਦਾ ਆ, ਔਰ ਜਿਹੜਾ ਜ਼ਿਆਦਾ ਤੇਜ਼ੀ ਨਾਲ ਵਿਚਰ ਜਾਏ ਲੋਕ ਉਹਦਾ ਕਹਿਣਾ ਮੰਨਦੇ ਆ। ਜੇ ਫਿਰਕੂਵਾਦੀ ਔਰ ਜਾਤੀਵਾਦੀ ਲੋਕ RSS ਦੇ ਗੁਰੂ ਗਲਵਲਕਰ ਦੇ ਚੇਲੇ, ਨਾਗਪੁਰ ਦੇ ਚੇਲੇ, ਜੇ ਉਹ ਵੱਧ ਤੇਜ਼ੀ ਨਾਲ ਘੁੰਮਦੇ ਆ ਤਾਂ ਉਹਨਾਂ ਦੀ ਮੰਨੀ ਜਾਣੀ, ਕਿਉਂਕਿ ਉਹ ਸਮਾਜ ਵਿੱਚ ਜਾਤ ਪਾਤ ਔਰ ਫਿਰਕੂਵਾਦ ਫੈਲਾਉਂਦੇ ਆ, ਧਾਰਮਿਕ ਫਿਰਕੂਵਾਦ। ਜੇਕਰ ਇਹਦੇ ਖਿਲਾਫ ਬਹੁਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਜੇ ਲੋਕ ਭਾਈਚਾਰਾ ਬਣਾਉਣ ਲਈ ਮਾਨਸਕੀ ਜਾਤੀ ਸਭਿਆ ਏਕੇ ਪਹਿਚਾਣਬੋ ਸੰਕਲਪ ਦੇ ਧਾਰਨੀ ਲੋਕ ਜੇ ਇਹ ਵੱਧ ਤੇਜ਼ੀ ਨਾਲ ਘੁੰਮ ਜਾਣ ਤਾਂ ਲੋਕ ਇਹਨਾਂ ਮਗਰ ਵੀ ਜੁੜਨਗੇ। ਕਮੀ ਸਾਡੇ 'ਚ ਹੈ। ਤੁਸੀਂ ਵੱਧ ਤੇਜ਼ੀ ਨਾਲ ਘੁੰਮਣ ਦੀ ਗੱਲ ਕਰਦੇ ਆ, ਮੈਂ ਵੱਧ ਤੇਜ਼ੀ ਨਾਲ ਜਿਹੜੇ ਉਡੀਕ ਰਹੇ ਹੈਗੇ ਤੁਹਾਨੂੰ ਕਿ ਤੁਸੀਂ ਵੱਧ ਤੇਜ਼ੀ ਨਾਲ ਉਹਨਾਂ ਦੇ ਮਸਲਿਆਂ ਨੂੰ ਨਾਲ ਲੈ ਕੇ ਤੁਰੋ। ਜਿਹੜੇ ਅੱਜ ਸਿੱਖ ਮਹਿਸੂਸ ਕਰਦੇ ਆ ਕਿ ਜਦੋਂ 6 ਜੂਨ ਦੀ ਯਾਦ ਉਹ ਮਨਾਉਂਦੇ ਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ 'ਤੇ ਇਕੱਠੇ ਹੁੰਦੇ ਹੈਗੇ ਆ, ਉਹਨਾਂ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਬਾਰੇ ਇਹ ਸੋਚਦੇ ਹੈਗੇ ਆ ਕਿ ਬਹੁਜਨ ਸਮਾਜ ਪਾਰਟੀ ਵਾਲੇ ਅੱਜ ਹਰੇਕ ਸਾਲ ਸਾਡੇ ਦੁੱਖ ਵਿੱਚ ਸਾਡੇ ਨਾਲ ਸ਼ਰੀਕ ਨਹੀਂ ਹੁੰਦੇ ਹੈਗੇ? ਜਦੋਂ ਵੀ ਬਹੁਜਨ ਸਮਾਜ ਪਾਰਟੀ ਨੂੰ ਇਕੱਲਾ ਸਿੱਖ ਧਰਮ ਨਹੀਂ, ਕਿਸੇ ਵੀ ਧਰਮ ਦੀ ਕਿਸੇ ਵੀ ਧਾਰਮਿਕ ਘੱਟ ਗਿਣਤੀ ਤੇ ਜ਼ੁਲਮ ਅਤਿਆਚਾਰ ਦਾ ਪਤਾ ਲੱਗਦਾ, ਕਿਸੇ ਵੀ ਦਲਿਤ ਔਰ ਪਛੜੇ ਤੇ ਅਤਿਆਚਾਰ ਦਾ ਪਤਾ ਲੱਗਦਾ, ਕਿਸੇ ਵੀ ਗਰੀਬ ਉਹ ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਲੇਕਿਨ ਜੇ ਉਹਦੇ ਨਾਲ ਗਰੀਬ ਕਰਕੇ ਮਜ਼ਲੂਮ ਕਰਕੇ ਉਹਦੇ ਤੇ ਜ਼ੁਲਮ ਧੱਕਾ ਹੋਇਆ, ਬਹੁਜਨ ਸਮਾਜ ਪਾਰਟੀ ਉੱਥੇ ਪਹੁੰਚਦੀ ਆ। ਪੰਜਾਬ ਸਿੱਖ ਬਹੁ ਗਿਣਤੀ ਸਟੇਟ ਹੈ, ਪੰਜਾਬ ਦੀ ਡੈਮੋਗ੍ਰਾਫੀ 60% ਇੱਥੇ ਸਿੱਖ ਭਾਈਚਾਰਾ ਆ। ਇਸ ਕਰਕੇ ਬਹੁਜਨ ਸਮਾਜ ਪਾਰਟੀ ਜਿਹੜੀ ਸਿੱਖ ਇਸ਼ੂਆਂ ਦੇ ਉੱਤੇ ਪੰਜਾਬ ਦੀ ਜਿਹੜੀ ਹੈਗੀ ਆ, ਆਪਾਂ ਆਪਣੀ ਗੱਲ ਜਦੋਂ ਵੀ ਸਿੱਖ ਭਾਈਚਾਰੇ ਨੂੰ ਜਾਂ ਸਾਨੂੰ ਕਦੀ ਪਤਾ ਲੱਗਦਾ ਅਸੀਂ ਹਮੇਸ਼ਾ ਉੱਥੇ ਖੜੇ ਨਜ਼ਰ ਆਉਨੇ ਆ। ਪਰ ਉਹ ਕਈ ਵਾਰ ਸਿੱਖ ਨਾਲ ਦਾ ਉਡੀਕਦੇ ਆ, ਕਹਿੰਦੇ ਕਿ ਅਸੀਂ 6 ਜੂਨ ਨੂੰ ਉੱਥੇ ਜਾਂਦੇ ਆ, ਸਾਡੀਆਂ ਭਾਵਨਾਵਾਂ ਹੁੰਦੀਆਂ ਨੇ, ਤੁਸੀਂ ਉੱਥੇ ਨਾਲ ਜੇ ਉਹਨਾਂ ਨੂੰ ਖੜੇ ਦਿਸੋ, ਉਹ ਐਵੇਂ ਸੋਚਦੇ ਹੈਗੇ। ਮੈਂ ਤਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਵੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਉਹ ਤੁਸੀਂ ਜੇ ਉੱਥੇ ਨਹੀਂ ਵੀ ਜਾਂਦੇ ਹੈਗੇ ਉਹ ਇੱਦਾਂ ਸਮਝਣ ਸਿੱਖ ਕਿ ਤਾਂ ਵੀ ਤੁਹਾਡਾ ਦਿਲ ਉਹਨਾਂ ਦੇ ਨਾਲ ਹੈਗਾ? ਦੇਖੋ, ਮੇਰਾ ਦਿਲ ਨਹੀਂ ਹੈਗਾ। ਜਿਹੜੇ ਸਾਡੇ ਗੁਰੂ ਸਾਹਿਬ ਨੇ, ਸਾਡੀ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ, ਉਹ ਜਦੋਂ ਵੀ ਉਹ ਨਿਮਾਣੇ ਨਿਆਸਰੇ ਨਿਓਟੇ ਨਪੱਤੇ ਦੀ ਗੱਲ ਕਰਦੀ ਆ, ਅੱਜ ਦੇ ਦਿਨ ਦੇਸ਼ ਦੇ ਵਿੱਚ ਜੇ ਸਭ ਤੋਂ ਵੱਧ ਕੋਈ ਹਕੂਮਤ ਦੇ ਅੱਗੇ ਨਿਮਾਣਾ ਨਿਆਸਰਾ ਨਿਓਟਾ ਨਪੱਤਾ ਆ ਤਾਂ ਉਹ ਸਿੱਖ ਹੈ। ਸਿੱਖ ਹੈ। ਬਹੁਜਨ ਸਮਾਜ ਪਾਰਟੀ ਹਰ ਸਿੱਖ ਨਾਲ, ਹਰ ਮੁਸਲਮਾਨ, ਹਰ ਧਰਮ ਦੇ ਨਾਲ ਜਿਹੜਾ ਵੀ ਨਿਮਾਣਾ ਨਿਆਸਰਾ ਉਹਦੇ ਨਾਲ ਖੜੀ ਆ, ਔਰ ਜਦੋਂ ਵੀ ਸਾਨੂੰ ਯਾਦ ਕੀਤਾ ਜਾਊਗਾ ਅਸੀਂ ਉਹਨਾਂ ਦੇ ਨਾਲ ਖੜੇ ਨਜ਼ਰ ਆਵਾਂਗੇ। ਤੁਹਾਡੇ ਕੋਲ ਭਵਿੱਖ ਦੀਆਂ ਕੀ ਯੋਜਨਾਵਾਂ ਨੇ? ਪੰਜਾਬ ਦੇ ਵਿੱਚ ਦੁਬਾਰਾ ਫਿਰ ਇਲੈਕਸ਼ਨ ਆਉਣੇ ਹੈਗੇ ਆ, 2022 ਦੇ ਇਲੈਕਸ਼ਨ ਆਉਣੇ ਹੈਗੇ ਆ, 2 ਵਰੇ ਰਹਿ ਗਏ ਹੈਗੇ ਨੇ, 2 ਤੋਂ ਘੱਟ ਹੀ ਟਾਈਮ ਰਹਿ ਗਿਆ ਹੈਗਾ। ਸਿੱਖਾਂ ਦੇ ਵਾਸਤੇ ਜਾਂ ਪੰਜਾਬ ਦੇ ਜਿਹੜੇ ਦੱਬੇ ਕੁਚਲੇ ਲੋਕ ਹੈਗੇ ਆ ਉਹਨਾਂ ਵਾਸਤੇ ਤੁਹਾਡੇ ਕੋਲ ਕਿਹੜੀਆਂ ਯੋਜਨਾਵਾਂ ਹੈਗੀਆਂ ਨੇ, ਖਾਸ ਕਰਕੇ ਸਿੱਖਾਂ ਵਾਸਤੇ, ਵੀ ਜਿਹੜਾ ਉਹ ਤੁਹਾਡੇ ਨਾਲ ਖੜਨ? ਬਹੁਜਨ ਸਮਾਜ ਪਾਰਟੀ ਮੈਂ ਸੱਜਣ ਸਾਹਿਬ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ 84 ਦਾ ਬਦਲਾ 99 'ਚ ਲਿਆ ਗਿਆ, ਉਹਦੇ ਪਿੱਛੇ ਕੌਣ ਸੀ ਸੂਤਰਧਾਰ? ਪਰ ਤੁਸੀਂ 99 ਦੀ ਗੱਲ ਕਰਦੇ, ਸਿੱਖ ਇੱਦਾਂ ਕਹਿੰਦੇ ਕਿ 84 ਦਾ ਬਦਲਾ ਸਤਵੰਤ ਸਿੰਘ ਦੇ ਬਿਆੰਸੇ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਲਿਆ, ਸਿੱਖ ਐਂ ਸਮਝਦੇ ਆ। ਬਹੁਜਨ ਸਮਾਜ ਪਾਰਟੀ ਅਨਡੈਮੋਕ੍ਰੈਟਿਕ ਤਰੀਕਿਆਂ 'ਚ ਵਿਸ਼ਵਾਸ ਨਹੀਂ ਰੱਖਦੀ। ਬਹੁਜਨ ਸਮਾਜ ਪਾਰਟੀ ਭਾਰਤੀ ਸੰਵਿਧਾਨ ਦੇ ਕਾਨੂੰਨਾਂ 'ਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਆ। ਪਰ ਇਹ ਗੱਲ ਸਿੱਖਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਦੱਸ ਨਹੀਂ ਪਾਏ ਹੈਗੇ ਕਿ ਤੁਸੀਂ ਬਦਲਾ 89 ਦੇ ਵਿੱਚ ਲਿਆ,
ਬਿਲਕੁਲ, ਤਾਂ ਹੀ ਤਾਂ ਮੈਂ ਗੱਲ ਬਾਰ-ਬਾਰ ਰੱਖਣੀ ਚਾਹੁੰਦਾ ਆ, ਮੈਂ ਗੱਲ ਪੂਰੀ ਤਾਂ ਹੀ ਕਰਨੇ ਚਾਹੁੰਦਾ ਆ ਕਿ ਜਦੋਂ ਸਾਰੀਆਂ ਸਿੱਖ ਧਿਰਾਂ ਕਾਂਗਰਸ ਨੇ ਕੁਚਲੀਆਂ, ਉਹਨਾਂ ਸਿੱਖ ਧਿਰਾਂ ਦੇ ਕੋਲ ਸੂਤਰਧਾਰ ਬਣ ਕੇ ਬਹੁਜਨ ਸਮਾਜ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਪੁੱਜੇ ਔਰ ਸਾਹਿਬ ਕਾਸ਼ੀ ਰਾਮ ਜੀ ਨੇ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਬਾਦਲ ਨੂੰ ਛੱਡ ਕੇ, ਇੱਕ ਬਾਦਲ ਇਕੱਠਾ ਵਿੱਚ ਨਹੀਂ ਸੀ ਆਇਆ, ਸ਼੍ਰੋਮਣੀ ਅਕਾਲੀ ਦਲ ਬਾਦਲ, ਸਾਰੀਆਂ ਹੀ ਧਿਰਾਂ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਭਿੰਡਰਾਂਵਾਲੇ ਜੀ ਦੀ ਅਗਵਾਈ 'ਚ ਇਕੱਠੀਆਂ ਹੋਈਆਂ, ਉਹਨਾਂ ਦੀ ਅਗਵਾਈ 'ਚ ਲੜਿਆ ਗਿਆ, ਜਿਹਦੇ ਵਿੱਚ 10 ਸੀਟਾਂ ਸਿੱਖ ਪੰਥ ਨੇ ਲੜੀਆਂ ਸੀ, ਜਿੱਤੀਆਂ 9, ਇੱਕ ਜਨਤਾ ਦਲ ਨੇ ਲੜੀ ਕਿਉਂਕਿ ਉਸ ਵੇਲੇ ਜਨਤਾ ਦਲ ਦਾ ਬੜਾ ਜ਼ੋਰ ਸੀ, ਔਰ ਇੱਕ ਬੀਐਸਪੀ ਜਿੱਤੀ, ਇੱਕ ਬੀਐਸਪੀ ਜਿੱਤੀ। ਔਰ ਬੀਐਸਪੀ ਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਖਾਤਾ ਪੂਰੇ ਦੇਸ਼ ਦੇ ਵਿੱਚ 89 ਦੇ ਵਿੱਚ 3 ਮੈਂਬਰ ਪਾਰਲੀਮੈਂਟ ਜਿੱਤੇ ਸੀ, ਇੱਕ ਪੰਜਾਬ 'ਚੋਂ ਸੀ, 2 ਉੱਤਰ ਪ੍ਰਦੇਸ਼ 'ਚੋਂ ਸੀ, ਜਿਨ੍ਹਾਂ 'ਚੋਂ ਇੱਕ ਭੈਣ ਕੁਮਾਰੀ ਮਾਇਆਵਤੀ ਜੀ ਮੌਜੂਦਾ ਰਾਸ਼ਟਰੀ ਪ੍ਰਧਾਨ। ਉਹਦਾ ਜਿਹੜਾ ਕ੍ਰਿਸ਼ਮਾ ਸੀ ਦਲਿਤ ਔਰ ਸਿੱਖ ਦਾ ਗੱਠਜੋੜ ਸੀ ਪੰਜਾਬ 'ਚ। 1991 ਦੇ ਵਿੱਚ ਸਾਰੀਆਂ ਸਿੱਖ ਧਿਰਾਂ ਨੇ ਬਾਈਕਾਟ ਕਰਤਾ। ਜਦੋਂ 89 ਵਾਲਾ ਜਿਹੜਾ ਕ੍ਰਿਸ਼ਮਾ ਸੀਗਾ, ਜਿਹੜਾ ਉਹ ਚੋਣਾਂ ਜਿੱਤਣ ਵਾਲਾ, ਉਹ ਫਿਰ ਪਾਰਲੀਮੈਂਟ ਦੇ ਵਿੱਚ ਕ੍ਰਿਸ਼ਮਾ ਜੌਹਰ ਕਿਉਂ ਨਾ ਵਿਖਾ ਸਕਿਆ? ਕਿਉਂਕਿ ਮੈਂ ਫਿਰ ਬੇਨਤੀ ਕਰਦਾ ਕਿ ਜਿਹੜਾ ਸਾਡਾ ਸਿੱਖ ਭਾਈਚਾਰਾ ਉਹ ਭੋਲਾ ਬਹੁਤ ਹੈ। ਜੇ ਅੱਜ ਕੈਨੇਡਾ ਦਾ ਪ੍ਰਧਾਨ ਮੰਤਰੀ ਸਿੱਖਾਂ ਦੇ ਹੱਕ 'ਚ ਬੋਲਦਾ, ਅੱਜ ਸਿੱਖ ਭਾਈਚਾਰਾ ਕਿੰਨੀਆਂ ਵੀਡੀਓ ਵਾਇਰਲ ਕਰਦਾ ਆ। ਜੇ ਅੱਜ ਇੰਗਲੈਂਡ ਦਾ ਪ੍ਰਧਾਨ ਮੰਤਰੀ ਜਾਂ ਮਹਾਰਾਣੀ ਕੋਈ ਸਿੱਖਾਂ ਦੇ ਹੱਕ 'ਚ ਗੱਲ ਬੋਲਦੀ, ਕਿੰਨੀ ਵਾਇਰਲ ਕਰਦੇ ਆ। ਅੱਜ ਸਿੱਖ ਭਾਈਚਾਰੇ ਨੂੰ ਇਸ ਗੱਲ 'ਤੇ ਅਫਸੋਸ ਹੋਣਾ ਚਾਹੀਦਾ, ਇਸ ਗੱਲ ਤੋਂ ਕਿ ਜੇ ਉਹ 9 ਮੈਂਬਰ ਪਾਰਲੀਮੈਂਟ, ਜਿੰਨੇ ਵੀ ਮੈਂਬਰ ਪਾਰਲੀਮੈਂਟ ਸੀ ਜਿਨ੍ਹਾਂ ਨੂੰ ਅਗਵਾਈ ਦਿੱਤੀ, ਜੇ ਉਹ ਕਿਰਪਾਨ ਦੇ ਮੁੱਦੇ 'ਤੇ ਨਾ ਅੜਦੇ ਔਰ ਪਾਰਲੀਮੈਂਟ ਦੇ ਵਿੱਚ ਅੱਜ ਉਹ ਇਤਿਹਾਸਕ ਤਕਰੀਰਾਂ ਹੁੰਦੀਆਂ, ਅੱਜ ਉਹ ਨਵੀਂ ਪਨੀੜੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਉਹਨਾਂ ਲਈ ਉਹ ਪ੍ਰੇਰਨਾ ਸਰੋਤਰ ਹੁੰਦੀਆਂ, ਪਰ ਉਹ ਪਾਰਲੀਮੈਂਟ 'ਚੋਂ ਬਾਈਕਾਟ ਕਰ ਗਏ। ਉਹ ਜਿਹੜੀ ਬਦਲਾ ਲੈਣੇ ਵਾਲੀ ਜਿਹੜੀ ਗੱਲ ਸੀ, ਉਹ ਜਿਹੜਾ ਪ੍ਰੈਕਟੀਕਲੀ ਬਦਲਾ, ਉਹ ਕਿਸੇ ਨਾ ਕਿਸੇ ਰੂਪ 'ਚ ਅਧੂਰਾ ਰਹਿ ਗਿਆ। ਔਰ ਹੋਰ ਬੁਰਾ ਹਾਲਾਤ ਇਹ ਆਏ 91 ਦੇ ਵਿੱਚ, ਅਸੀਂ ਇੱਦਾਂ ਸੋਚਦੇ ਹਾਂ ਬਹੁਜਨ ਸਮਾਜ ਪਾਰਟੀ ਵੱਲੋਂ, 91 ਦੇ ਵਿੱਚ ਇਹ ਧਿਰਾਂ ਨੂੰ ਇਕੱਠੇ ਹੋ ਕੇ ਫਿਰ ਲੜਨਾ ਚਾਹੀਦਾ ਸੀ, ਪੰਜਾਬ ਦੀ ਗੱਦੀ 'ਤੇ ਕਬਜ਼ਾ ਕਰਨਾ ਚਾਹੀਦਾ ਸੀ। ਔਰ ਪੰਜਾਬ ਦੀ ਗੱਦੀ 'ਤੇ ਸਿੱਖ ਧਿਰਾਂ ਨੇ ਬਾਈਕਾਟ ਕੀਤਾ। ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਇਕੱਲੇ, ਬਹੁਜਨ ਸਮਾਜ ਪਾਰਟੀ ਇਕੱਲੀ ਲੜੀ ਔਰ 9 MLA ਜਿੱਤੇ। ਔਰ ਬਾਦਲ ਵੀ ਲੜਿਆ, ਬਾਦਲ ਨਹੀਂ ਲੜਿਆ, ਬੇਅੰਤ ਸਿੰਘ ਮੁੱਖ ਮੰਤਰੀ ਬਣਿਆ, KPS ਗਿੱਲ DGP ਬਣਿਆ। ਦੋਹਾਂ ਦੀ ਜੁਗਲਬੰਦੀ ਨੇ 1992 ਤੋਂ ਲੈ ਕੇ 96 ਤੱਕ ਪੰਜਾਬ ਦੇ ਲੱਖਾਂ ਨੌਜਵਾਨਾਂ ਦਾ ਘਾਣ ਕੀਤਾ। ਖੁੱਲ੍ਹੀ ਗੋਲੀ ਚੱਲੀ, ਨਹਿਰਾਂ ਲਾਲ ਹੋਈਆਂ, ਟੋਭੇ ਛੱਪੜ ਲਾਲ ਹੋਏ, ਥਾਣਿਆਂ ਦੇ ਵਿੱਚ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਭਾਈ ਜਸਵੰਤ ਸਿੰਘ ਖਾਲੜਾ ਜੀ ਦੀਆਂ 30,000 ਅਣਪਛਾਤੀਆਂ ਲਾਸ਼ਾਂ, ਉਹ 30,000 ਤੱਕ, ਉਹ 2-4 ਜ਼ਿਲ੍ਹਿਆਂ ਦੀਆਂ ਆ, ਉੱਥੇ ਤਰਨਤਾਰਨ ਨਗਰ ਦਾ, ਪੂਰੇ ਪੰਜਾਬ ਦੀਆਂ ਨਹੀਂ ਹੈਗੀਆਂ। ਉਹ ਸਾਰੇ ਦਾ ਸਾਰਾ ਕੰਮ ਅੱਜ ਵੀ ਅਧੂਰਾ ਪਿਆ। ਜੇ ਉਸ ਵੇਲੇ 1991 ਦੇ ਵਿੱਚ, 92 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਦਲਿਤ ਔਰ ਸਿੱਖ ਇਕੱਠੇ ਹੋ ਕੇ ਲੜਦੇ, ਬਹੁਜਨ ਬਣ ਕੇ ਲੜਦੇ, ਨਾ ਬੇਅੰਤ ਸਿੰਘ ਇੱਥੇ ਜੰਮਦਾ, ਨਾ KPS ਗਿੱਲ ਜੰਮਦਾ, ਨਾ ਐਡੀ ਵੱਡੀ ਬੁਰਸ਼ਾਗਰਦੀ ਹੁੰਦੀ। ਲੇਕਿਨ 1996 ਦੇ ਵਿੱਚ ਫਿਰ ਬਹੁਜਨ ਸਮਾਜ ਪਾਰਟੀ ਸਿੱਖ ਧਿਰਾਂ ਲੱਭ ਰਹੀ ਸੀ ਪੰਜਾਬ ਦੇ ਵਿੱਚੋਂ। ਜਦੋਂ ਉਸ ਵੇਲੇ ਸਿੱਖ ਧਿਰਾਂ ਲੱਭੀਆਂ ਤਾਂ ਮਾਣਯੋਗ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਹੋਇਆ, ਕਾਂਗਰਸ ਫਿਰ ਹਰਾਈ। 1999 'ਚ ਲੋਕ ਸਭਾ ਚੋਣਾਂ ਹੋਈਆਂ, ਬਹੁਜਨ ਸਮਾਜ ਪਾਰਟੀ ਪੰਜਾਬ 'ਚੋਂ ਇੱਕ ਧਿਰ ਲੱਭ ਰਹੀ ਸੀ, ਤਾਂ ਮਾਣਯੋਗ ਗੁਰਚਰਨ ਸਿੰਘ ਟੌੜਾ ਸਾਹਿਬ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ, ਉਹ ਸਟ੍ਰੈਟੇਜਿਕ ਇੱਕ ਗਠਬੰਧਨ ਹੋਇਆ। ਲੇਕਿਨ ਉਹ ਜਿਹੜਾ ਉਹਦੇ 'ਚ ਉਹ ਆਪਾਂ ਨਹੀਂ ਕੋਈ ਬਹੁਤ ਵਧੀਆ ਨਤੀਜਾ ਦਿਖਾ ਪਾਏ। 2001 ਦੇ ਵਿੱਚ ਸਾਹਿਬ ਕਾਸ਼ੀ ਰਾਮ ਜੀ ਨੇ 13 ਮਹੀਨੇ ਪੰਜਾਬ ਚਲਾਏ। ਪੂਰੇ ਜੀਵਨ 'ਚ ਉਹਨਾਂ ਨੇ ਕਿਸੇ ਸਟੇਟ ਨੂੰ ਇੰਨਾ ਲਗਾਤਾਰ ਸਮਾਂ ਨਹੀਂ ਦਿੱਤਾ ਜਿੰਨਾ ਪੰਜਾਬ ਨੂੰ ਦਿੱਤਾ। ਹੋ ਸਕਦਾ ਉੱਤਰ ਪ੍ਰਦੇਸ਼ ਨੂੰ ਦਿੱਤਾ ਹੋਵੇ, ਮੱਧ ਪ੍ਰਦੇਸ਼ ਨੂੰ ਦਿੱਤਾ ਹੋਵੇ, ਲੇਕਿਨ ਪੰਜਾਬ ਨੂੰ ਵੀ ਦਿੱਤਾ। ਔਰ ਮਾਨਯੋਗ ਰਵਿੰਦਰ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ 1920 ਇੱਕ ਵੱਡਾ ਗਠਬੰਧਨ ਬਣਿਆ, ਪੰਥਕ ਮੋਰਚਾ, ਲੇਕਿਨ ਨਤੀਜਾ ਨਹੀਂ ਆ ਪਾਇਆ। ਅੱਜ 2022 ਸਾਡੇ ਮੂਹਰੇ ਸਾਹਮਣੇ ਆਉਣਾ ਆ। ਜਾਂ ਤਾਂ ਅਸੀਂ ਪਿਛਲੇ ਇਤਿਹਾਸ ਤੋਂ ਸਬਕ ਸਿੱਖੀਏ ਕਿ ਅੱਜ ਵੀ ਸਿੱਖ ਧਿਰਾਂ ਦੇ ਕੋਲ ਤਰੁੱਪ ਦਾ ਪੱਤਾ ਬਹੁਜਨ ਸਮਾਜ ਪਾਰਟੀ ਪੰਜਾਬ 'ਚ, ਅੱਜ ਵੀ ਸਿੱਖ ਧਿਰਾਂ ਜੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਾਲ ਤਾਲਮੇਲ ਕਰਕੇ ਦਲਿਤ ਔਰ ਸਿੱਖ ਦਾ ਗੱਠਜੋੜ ਬਣਾ ਕੇ ਬਹੁਜਨ ਬਣ ਕੇ ਲੱਗਣ, ਪੰਜਾਬ ਦੀ ਧਰਤੀ 'ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਹਰਾਵਾਂਗੇ, ਪੰਜਾਬ ਦੀ ਧਰਤੀ ਤੇ ਕਾਂਗਰਸ ਵੀ ਹਰਾਵਾਂਗੇ, ਪੰਜਾਬ ਦੀ ਧਰਤੀ 'ਤੇ ਹੋਰ ਵੀ ਹਰਾਵਾਂਗੇ ਜਿਨ੍ਹਾਂ ਨੇ ਪੰਥ ਦਾ ਔਰ ਪੰਜਾਬ ਦਾ ਘਾਣ ਕੀਤਾ।
ਭਾਈ ਸਾਹਿਬ ਜੀ, ਮੈਂ ਨਾ ਤੁਹਾਡੇ ਕੋਲ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਹੈਗੇ ਨੇ ਔਰ ਤੁਹਾਡੀ ਪਾਰਟੀ ਦੀ ਜਿਹੜੀਆਂ ਭਵਿੱਖ ਦੀਆਂ ਨੀਤੀਆਂ ਉਹਦੇ ਬਾਰੇ ਵੀ ਗੱਲ ਕਰੂੰਗਾ। ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈਗਾ, ਇੱਕੋ ਹੀ ਬਸ ਅਖੀਰਲਾ ਸਵਾਲ ਹੈਗਾ ਥੋੜ੍ਹਾ ਜਿਹਾ ਉਸ ਕਿਸਮ ਦਾ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ। ਜਿਹੜਾ ਸਿੱਖਾਂ ਨੂੰ ਇਹ ਲੱਗਦਾ ਹੈਗਾ ਕਿ ਉਸ ਵੇਲੇ ਸੰਤ ਭਿੰਡਰਾਂਵਾਲਾ ਨੇ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਜਿਹੜੇ ਸਿੱਖ ਉਸ ਰਾਹੇ ਪੈ ਚੁੱਕੇ ਨੇ, ਉਹਨਾਂ ਸਿੱਖਾਂ ਨੂੰ ਕਹਿਣ ਵਾਸਤੇ ਤੁਹਾਡੇ ਕੋਲ ਕੁਝ ਹੈ? ਮੇਰੀ ਉਹਨਾਂ ਸਾਰੇ ਹੀ ਸਤਿਕਾਰਯੋਗ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਦੇਸ਼ ਦੇ ਵਿੱਚ ਜੇ 4 ਫੁੱਟ ਦੇ ਪਰਦੇ ਪਿੱਛੇ ਖੜ੍ਹ ਕੇ ਆਪਾਂ ਕ੍ਰਾਂਤੀ ਸੱਤਾ ਨਹੀਂ ਖੋ ਸਕਦੇ ਤਾਂ ਆਪਾਂ ਕਿਸੇ ਤਰ੍ਹਾਂ ਵੀ ਨਹੀਂ ਖੋ ਸਕਦੇ। ਦੇਸ਼ ਦੇ ਵਿੱਚ ਜਿਹੜਾ ਗੰਗੂਵਾਦੀ ਸੋਚ ਹੈ ਉਹ 3% ਹੈ। 3% ਵਾਲੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਰਾਜ ਕਰਦੇ ਆ। ਉਹਨਾਂ ਕੋਲ ਕੀ ਆ? ਇੱਕ ਸੋਚ ਹੈ, ਦੂਜਾ ਉਹਨਾਂ ਕੋਲ ਸਾਧਨ ਹੈ। ਉਹਨਾਂ ਕੋਲ ਸਾਧਨ ਜ਼ਮੀਨ, ਫੈਕਟਰੀ, ਇੰਡਸਟਰੀ, ਐਵਰੀਥਿੰਗ। ਪੰਜਾਬ ਦਾ ਸਿੱਖ ਭਾਈਚਾਰਾ ਜਿਹੜਾ ਵੱਖ-ਵੱਖ ਦੇਸ਼ ਵਿਦੇਸ਼ ਹੋਰ ਸਾਰੇ ਕੋਨਿਆਂ 'ਚ ਫੈਲਿਆ ਹੋਇਆ, ਉਹਦੀ ਵੀ ਲਗਨ, ਉਹਦੀ ਵੀ ਤਮੰਨਾ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਸੋਚ ਦਾ ਰਾਜ ਭਾਗ ਕਾਇਮ ਕਰਕੇ ਕਾਂਗਰਸ, ਅਕਾਲੀ, ਭਾਜਪਾ ਨੂੰ ਹਰਾਉਣ ਦੀ ਆ। ਉਹਨਾਂ ਦੇ ਕੋਲ ਵਧੀਆ, ਉਹਨਾਂ ਦੇ ਹੱਥ ਦੇ ਵਿੱਚ ਜੇ ਕੋਈ ਅੱਜ ਦੇ ਦਿਨ ਕੋਈ ਉਹਨਾਂ ਨੂੰ ਕੋਈ ਸਮਰਥਨ ਦੇ ਸਕਦਾ, ਉਹਨਾਂ ਦੀ ਸੋਚ ਨੂੰ ਕੋਈ ਅੱਗੇ ਵਧਾ ਸਕਦਾ ਤਾਂ ਉਹ ਬਹੁਜਨ ਸਮਾਜ ਪਾਰਟੀ। ਬਹੁਜਨ ਸਮਾਜ ਪਾਰਟੀ, ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੀਰੋ ਕਿਰਪਾ ਕਰਕੇ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ। ਪਿਛਲਾ ਇਤਿਹਾਸ ਵੀ ਅਸੀਂ ਪੰਜਾਬ ਦਾ ਅਸੀਂ ਤੁਹਾਡੇ ਵਿੱਚ ਸ਼ਾਰਟਲੀ ਦੱਸਿਆ ਔਰ 2022 ਦਾ ਇਤਿਹਾਸ ਵੀ ਆਪਾਂ ਬਦਲ ਸਕਦੇ ਹਾਂ। ਮੇਰੀ ਉਹਨਾਂ ਸਿੱਖਾਂ ਨੂੰ ਅਪੀਲ ਹੈ ਜਿਹੜੇ ਪੰਜਾਬ ਦੇ ਦਰਦੀ ਆ, ਪੰਜਾਬੀਅਤ ਦੇ ਦਰਦੀ ਆ, ਕਿ ਕਿਰਪਾ ਕਰਕੇ ਜਦੋਂ ਵੀ ਤੁਸੀਂ ਕਿਸੇ ਦਾ ਸਮਰਥਨ ਕਰਦੇ ਹੋ ਉਹਦਾ ਕਨੈਕਸ਼ਨ ਜ਼ਰੂਰ ਚੈੱਕ ਕਰਿਆ ਕਰਿਓ, ਕਿਤੇ ਨਾਗਪੁਰ ਤਾਂ ਨਹੀਂ ਜੁੜਦਾ। ਜੇ ਨਾਗਪੁਰ ਜੁੜਦਾ ਆ ਤਾਂ ਕਿਰਪਾ ਕਰਕੇ ਫਿਰ ਦਸ਼ਮੇਸ਼ ਪਿਤਾ ਦਾ ਸੁਪਨਾ ਯਾਦ ਕਰਕੇ ਤੁਸੀਂ ਜਿਹੜਾ ਆਪਣੀ ਸੋਚ ਨੂੰ ਬਦਲ ਸਕਦੇ ਆ। ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਭਾਈ ਸਾਹਿਬ ਜੀ, ਗੜੀ ਸਾਹਿਬ ਜਿੱਦਾਂ ਪਿੱਛੇ ਜੇ ਮੇਰੇ ਨਾਲ ਵੀ ਵਧੀਕੀ ਹੋਈ, ਉਹ ਤੇ ਚਾਹੁੰਦੇ ਹੈਗੇ ਕਿ ਜਿਹੜੀ ਪੱਤਰਕਾਰਤਾ ਹੈਗੀ ਆ ਇਹਦਾ ਸੰਗ ਘੁੱਟ ਦਈਏ ਫੜ ਕੇ, ਹੈ ਨਾ, ਜਿਹਨਾਂ ਦੇ ਗਲ ਦੇ ਵਿੱਚ ਰੱਸਾ ਪਾ ਕੇ ਰੱਖੀਏ ਔਰ ਜਦੋਂ ਲੱਗੇ ਕਿ ਥੋੜ੍ਹਾ ਜਿਹਾ ਜ਼ਿਆਦਾ ਬੋਲਣ ਲੱਗਾ ਤਾਂ ਥੋੜ੍ਹਾ ਜਿਹਾ ਰੱਸਾ ਟਾਈਟ ਕਰ ਦਿਓ। ਔਰ ਤੁਸੀਂ ਉਦੋਂ ਮੇਰੇ ਹੱਕ ਦੇ ਵਿੱਚ ਵੀ ਜ਼ਰੂਰ ਭੁਗਤੇ, ਕੁਝ ਹੋਰ ਪੱਤਰਕਾਰ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਵੀ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੈਗਾ, ਹੁਣ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ, ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਹਾਲਾਤਾਂ ਨੂੰ? ਆਮ ਲੋਕ, ਤੁਹਾਨੂੰ ਕੀ ਲੱਗਦਾ ਹੈਗਾ ਕਿ ਆਮ ਲੋਕ ਕੀ ਚਾਹੁੰਦੇ ਹੈਗੇ ਆ? ਪੱਤਰਕਾਰ ਕੀ ਚਾਹੁੰਦੇ ਜਿਹੜੇ ਸੱਚ ਬੋਲਣਾ ਚਾਹੁੰਦੇ ਆ? ਔਰ ਪੰਜਾਬ ਦੇ ਆਮ ਲੋਕ ਚਾਹੇ ਪਿੰਡਾਂ 'ਚ ਰਹਿੰਦੇ ਆ, ਮੁਹੱਲਿਆਂ 'ਚ ਰਹਿੰਦੇ ਹੈਗੇ ਆ, ਉਹ ਕੀ ਚਾਹੁੰਦੇ ਨੇ? ਔਰ ਸਰਕਾਰ ਤੋਂ ਕਿਹੜੀ ਗੱਲੋਂ ਜ਼ਿਆਦਾ ਔਖੇ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਅੱਜ ਵੀ ਜਿਹੜੀ ਅਸੀਂ ਬਿਆਨ ਜਾਰੀ ਕੀਤਾ, ਅੱਜ ਅਸੀਂ ਇਹ ਗੱਲ ਕਹੀ ਆ ਜੋ ਪੱਤਰਕਾਰਾਂ ਤੇ ਜ਼ੁਲਮ ਹੋਏ, ਚਾਹੇ ਭੁਪਿੰਦਰ ਸਿੰਘ ਸੱਜਣ ਸਾਹਿਬ ਤੁਸੀਂ ਹੋ, ਚਾਹੇ ਕੱਲ੍ਹ ਜੈ ਸਿੰਘ ਛਿੱਬੜ ਪੰਜਾਬੀ ਜਾਗਰਣ ਦੇ ਪੱਤਰਕਾਰ, ਕਾਂਗਰਸੀ ਕੈਬਨਿਟ ਮੰਤਰੀ ਦੀ ਕੋਠੀ ਦੇ ਉੱਤੇ ਜਾ ਕੇ ਉਹਨਾਂ ਨਾਲ ਬੁਰਸ਼ਾਗਰਦੀ ਹੋਈ ਆ। ਉਹਨਾਂ ਨੂੰ ਜਦੋਂ ਕਿਸੇ ਦੀ ਕੋਠੀ ਗਿਆ ਬੰਦਾ, ਉੱਤੇ ਪਰਚਾ ਦਰਜ ਕਰਾਇਆ ਝੂਠਾ। ਔਰ ਕੱਲ੍ਹ ਮੋਹਾਲੀ ਦੇ ਪੱਤਰਕਾਰ ਰੋਜ਼ਾਨਾ ਪਹਿਰੇਦਾਰ ਦੇ ਸਰਦਾਰ ਮੇਜਰ ਸਿੰਘ ਜੀ, ਉਹਨਾਂ ਸਿੱਖ ਸਰੂਪ ਦੇ ਨੇ, ਉਹਨਾਂ ਦਾ ਕੁੱਟ-ਕੁੱਟ ਕੇ ਪੁਲਿਸ ਨੇ ਬੁਰਾ ਹਾਲ ਕਰ ਦਿੱਤਾ। ਔਰ ਪਿਛਲੇ ਦਿਨੀ ਸ਼੍ਰੀ ਦਵਿੰਦਰ ਪਾਲ ਜੀ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਪੱਤਰਕਾਰ ਨੇ, ਉਹਨਾਂ ਦੇ ਨਾਲ ਬੁਰਾ ਸਲੂਕ ਪੁਲਿਸ ਨੇ ਕੀਤਾ ਹੈਗਾ ਆ। ਔਰ PTC ਦੀਆਂ ਖਬਰਾਂ ਵੀ ਜਲੰਧਰ ਵਾਲੀ ਧਰਤੀ ਤੋਂ ਆ ਰਹੀਆਂ, ਕਿਸੇ ਪੱਤਰਕਾਰ ਦੇ ਨਾਲ ਕੁਝ ਮਾਮਲਾ ਬੁਰਾ ਹੋਇਆ। ਅੱਜ ਦੇ ਦਿਨ ਪੰਜਾਬ ਦਾ ਹਾਲ ਪੰਜਾਬੀਓ ਬਹੁਤ ਬੁਰਾ ਆ। ਮਜ਼ਦੂਰ ਪੰਜਾਬ ਜਿਹੜਾ ਗੁਰੂਆਂ ਦੀ ਸੋਚ ਦੀ ਧਰਤੀ ਆ, ਜਿਹੜੀ ਕਹਿੰਦੀ ਸੀ ਨਿਮਾਣਾ, ਨਿਆਸਰਾ, ਨਿਉਟਾ, ਨਪੱਤਾ, ਉਹਦੇ ਲਈ ਅਸੀਂ ਖੜ੍ਹੇ ਹਾਂ, ਉਹਦੇ ਲਈ ਪੰਜਾਬ ਖੜ੍ਹਾ, ਪੰਜਾਬੀ ਖੜ੍ਹਾ, ਸਿੱਖ ਖੜ੍ਹਾ। ਲੇਕਿਨ ਮਜ਼ਦੂਰਾਂ ਦਾ ਅਸੀਂ ਹਾਲ ਦੇਖਿਆ ਕਿ ਕਿੱਦਾਂ ਉਹ ਰਿੜਕ ਕੇ ਤੁਰ ਕੇ ਪੰਜਾਬ ਦੇ ਵਿੱਚੋਂ ਭੁੱਖੇ ਗਏ। ਲੰਗਰਾਂ ਦੀ ਧਰਤੀ ਤੋਂ ਮਜ਼ਦੂਰ ਭੁੱਖੇ ਗਏ, ਰੋਣ ਆਉਂਦਾ, ਦਿਲ ਪਾਟਦਾ। NRI ਵਿਦੇਸ਼ਾਂ 'ਚ ਫਸਿਆ ਆ, ਪੰਜਾਬ ਸਰਕਾਰ ਫੇਲ, ਮਜ਼ਦੂਰਾਂ ਦੇ ਮਾਮਲੇ 'ਚ ਫੇਲ। ਰਾਸ਼ਨ ਵੰਡਣ ਦੀਆਂ ਗੱਲਾਂ ਆਈਆਂ, ਕਾਂਗਰਸੀਆਂ ਨੇ ਆਪਣੇ ਚਹੇਤਿਆਂ ਨੂੰ ਰਾਸ਼ਨ ਵੰਡ ਕੇ ਇੱਕ ਪੰਜਾਬੀਅਤ ਦਾ ਜਿਹੜਾ ਜਲੂਸ ਕੱਢ ਕੇ ਰੱਖ ਦਿੱਤਾ। ਬਿਜਲੀ ਦੇ ਬਿੱਲ, ਕੱਲ੍ਹ ਤਾਂ ਸਕੂਲਾਂ ਦੀਆਂ ਫੀਸਾਂ ਵੀ, ਜਿਹੜੇ ਸਕੂਲ ਬੰਦ ਪਏ ਆ, ਉਹ ਬੱਚਿਆਂ ਨੂੰ ਸਕੂਲ ਕਹਿ ਰਹੇ, ਪ੍ਰਾਈਵੇਟ ਮਾਪਿਆਂ ਨੂੰ ਕਹਿ ਰਹੇ ਆ ਲਿਆਓ ਪੈਸੇ। ਉਹ ਕਿੱਥੋਂ ਲਿਆਉਣ? 3 ਮਹੀਨੇ ਹੋ ਗਏ, ਦੁਕਾਨਾਂ ਬੰਦ, ਕਾਰਖਾਨੇ ਬੰਦ, ਬਿਜ਼ਨਸ ਬੰਦ, ਵਪਾਰ ਬੰਦ, ਇੱਕ ਸਾਰਾ ਕੁਝ ਕੈਦ ਹੈ। ਔਰ ਮੈਂ ਅੱਜ ਇਹੀ ਗੱਲ ਕਹਿ ਰਿਹਾ ਪੰਜਾਬੀਆਂ ਨੂੰ ਕਿ ਵੀਰੋ ਇਕੱਠੇ ਹੋ ਜਾਓ। ਅੱਜ ਜਿਹੜੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਚੱਲ ਰਹੀ, ਇਹ ਕਾਂਗਰਸ ਦੀ ਬੇਅੰਤ ਸਿੰਘ ਦੀ ਸਰਕਾਰ ਚੱਲ ਰਹੀ ਆ। ਅੱਜ ਦਾ DGP ਮਾਨਯੋਗ ਸ਼੍ਰੀ ਦਿਨਕਰ ਗੁਪਤਾ ਜੀ ਨਹੀਂ ਆ, ਅੱਜ ਦਾ DGP ਸਾਨੂੰ KPS ਗਿੱਲ ਹੀ ਯਾਦ ਆ ਰਿਹਾ। ਇੱਕ ਛੋਟੀ ਬੇਟੀ 13 ਸਾਲ ਦੀ ਕੁੜੀ ਆ, ਉਹ ਕਹਿੰਦੀ ਮੈਂ ਆਪਣੇ ਕਤਲ ਹੋਏ ਬਾਪ ਦੀ FIR ਦਰਜ ਕਰਾਉਣ ਜਾਂਦੀ ਆ, ਮੇਰੇ ਪੁਲਿਸ ਨੇ ਹੱਥ ਬੰਨ੍ਹ ਕੇ ਮੈਨੂੰ ਕੁੱਟਿਆ, ਮੇਰੇ ਕੰਨਾਂ ਨੂੰ ਕਰੰਟ ਲਾਇਆ ਔਰ ਮੇਰੇ ਹੱਥ ਬੰਨ੍ਹ ਕੇ ਨਹਿਰ 'ਚ ਸਿੱਟ ਦਿੱਤਾ। ਆਹ ਵੀਰੋ ਗੁਰੂ ਨਾਨਕ ਸਾਹਿਬ ਦੀ ਧਰਤੀ ਆ, ਆਹ ਵੀਰੋ ਦਸ਼ਮੇਸ਼ ਪਿਤਾ ਦੀ ਧਰਤੀ ਆ, ਆਹ ਗੁਰੂ ਰਵਿਦਾਸ ਜੀ ਦੀ ਧਰਤੀ ਆ, ਆਹ ਗੁਰੂ ਕਬੀਰ ਦੀ ਧਰਤੀ ਆ। ਲੱਗਦਾ ਹੀ ਨਹੀਂ ਆ, ਲੱਗਦਾ ਇੱਦਾਂ ਇਹ ਤਾਂ ਔਰੰਗਜ਼ੇਬ ਬਾਬਰ ਦੀ ਧਰਤੀ ਆ। ਐਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆ। ਪੰਜਾਬੀਓ, ਅਪੀਲ ਹੈ ਤੁਹਾਡੇ ਅੱਗੇ ਵੀਰੋ, ਅਸੀਂ ਖੜ੍ਹੇ ਆ ਪੰਜਾਬ ਦੇ ਵਾਰਸ,
ਅਸੀਂ ਪੰਜਾਬ ਲਈ ਲੜਾਂਗੇ, ਅਸੀਂ ਪੰਜਾਬੀਅਤ ਲਈ ਲੜਾਂਗੇ, ਅਸੀਂ ਹਰ ਨਿਮਾਣੇ ਨਿਆਸਰੇ ਨੋਟੇ ਤੇ ਨਪੱਤੇ ਲਈ ਲੜਾਂਗੇ। ਕਿਰਪਾ ਕਰਕੇ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ। 2022 ਦੇ ਵਿੱਚ ਹੈ ਉਮੀਦ? 2022 ਦੇ ਵਿੱਚ ਅਸੀਂ ਕਾਂਗਰਸ ਦੀ ਵੀ ਸੰਘੀ ਨੱਪਾਂਗੇ, ਅਸੀਂ ਭਾਰਤੀ ਜਨਤਾ ਪਾਰਟੀ ਦੀ ਵੀ ਸੰਘੀ ਨੱਪਾਂਗੇ। ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਉਮੀਦ ਨਾਲ ਲੱਗੇ ਹੋਏ ਆ ਔਰ ਇਸ ਮਿਹਨਤ ਦੇ ਨਾਲ ਲੱਗੇ ਹੋਏ ਆ। ਅਸੀਂ 100% ਇਹਨਾਂ ਦੀ ਸੰਘੀ ਨੱਪਣ ਜਾ ਰਹੇ ਹਾਂ, 100%। ਜੀ, ਆਪਾਂ ਜੂਨ 84 ਦੀ ਗੱਲ ਕੀਤੀ ਹੈ, ਦਰਬਾਰ ਸਾਹਿਬ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ, ਜਿਨ੍ਹਾਂ ਨੇ ਕਰਵਾਇਆ, ਜਿਨ੍ਹਾਂ ਦੇ ਭਾਈਵਾਲੀ ਸੀ। ਅਡਵਾਨੀ ਖੁਦ ਕਹਿ ਗਿਆ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ, ਉਹ ਕਹਿ ਰਿਹਾ ਕਿ ਉਹ ਇੰਦਰਾ ਗਾਂਧੀ ਤਿਆਰ ਨਹੀਂ ਸੀ, ਅਸੀਂ ਕਰਵਾਇਆ। ਔਰ ਜਿਹੜੇ ਸਿੱਖ, ਅਖੀਰਲਾ ਹੀ ਸਵਾਲ ਹੈਗਾ ਜੀ, ਜਿਹੜੇ ਸਿੱਖ ਉਸ ਦਰਦ ਤੋਂ ਪੀੜਤ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸਾਡੇ ਜ਼ਖਮ ਅੱਜ ਵੀ ਅੱਲੇ ਨੇ, ਹੈ ਨਾ ਜੀ। ਔਰ ਉਹਨਾਂ ਨੂੰ ਉਹ ਕਦੀ ਸੱਜੇ ਵੇਖਦੇ, ਕਦੀ ਖੱਬੇ ਵੇਖਦੇ, ਕਦੀ ਬਾਦਲ ਸਾਹਿਬ ਨੂੰ ਵੋਟਾਂ ਪਾਉਂਦੇ ਸੀਗੇ, ਹੁਣ ਕਹਿੰਦੇ ਬਾਦਲ ਸਾਹਿਬ ਤੋਂ ਵੀ ਅਸੀਂ ਔਖੇ ਹੈਗੇ ਆ। ਉਹਨਾਂ ਨੂੰ ਵੀ ਮਾਨ ਸਾਹਿਬ ਨੂੰ ਉਹਨਾਂ ਨੇ ਵੋਟਾਂ ਪਾ ਕੇ ਜਿਤਾਇਆ। ਤੁਸੀਂ ਦੱਸਿਆ ਕਿ ਉਦੋਂ ਜਿਹੜਾ ਸੀ ਕ੍ਰਿਸ਼ਮਾ ਪਾਰਲੀਮੈਂਟ ਵਿੱਚ ਨਹੀਂ ਵਿਖਾਇਆ ਜਾ ਸਕਿਆ ਕਿਸੇ ਵਜ੍ਹਾ ਕਰਕੇ। ਉਹ ਜਿਹੜੇ ਸਿੱਖ ਸੱਜੇ ਖੱਬੇ ਵੇਖਦੇ, ਕਦੀ ਸਰਬੱਤ ਖਾਲਸਾ ਹੁੰਦਾ, ਸਿੱਖ ਉੱਥੇ ਇਕੱਠੇ ਹੁੰਦੇ ਆ ਚੱਬੇ, ਔਰ ਜਦੋਂ ਬਰਗਾੜੀ ਇਕੱਠ ਹੁੰਦਾ ਹੈਗਾ ਉੱਥੇ 2 ਵਾਰ ਸਾਧਦੇ ਆ ਸਿੱਖ, ਉੱਥੇ ਜਾਂਦੇ ਹੈਗੇ। ਜਜ਼ਬਾਤ ਆ ਨਾ ਜੀ, ਜਜ਼ਬਾਤ ਜਿਹੜੇ ਹੈਗੇ ਆ, ਪਰ ਅੱਗੇ ਪਿੱਛੇ ਦੀਦਾ ਕੁਝ ਨਹੀਂ ਹੈਗਾ। ਜਿਨ੍ਹਾਂ ਨੂੰ ਕੁਝ ਵੀ ਨਹੀਂ ਦੀਦਾ ਹੈਗਾ ਉਹਨਾਂ ਵਾਸਤੇ 2 ਲਫ਼ਜ਼। ਮੇਰਾ ਉਹਨਾਂ ਸਾਰੇ ਜਜ਼ਬਾਤੀ ਪੰਜਾਬੀਆਂ ਨੂੰ, ਜਜ਼ਬਾਤੀ ਸਿੱਖਾਂ ਨੂੰ ਅੱਜ ਮੈਂ ਫਿਰ ਅਪੀਲ ਕਰਦਾ ਕਿ ਵੀਰੋ, ਗੁਰੂ ਸਾਹਿਬ ਨੇ ਸਾਨੂੰ ਬਹੁਤ ਅੱਛਾ ਫਾਰਮੂਲਾ ਦਿੱਤਾ ਕਿ ਮਨ ਨੀਵਾਂ ਮਤ ਉੱਚੀ। ਗੁਰੂ ਸਾਹਿਬ ਨੇ ਬਹੁਤ ਅੱਛਾ ਸਾਨੂੰ ਫਾਰਮੂਲਾ ਦਿੱਤਾ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਗੁਰੂ ਸਾਹਿਬ ਨੇ ਸਾਨੂੰ ਬਹੁਤ ਅੱਛਾ ਜਿਹੜਾ ਫਾਰਮੂਲਾ ਦਿੱਤਾ, ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ ਪੜ੍ਹ ਪਾਵੇ ਮਾਣ। ਸਾਡੀ ਸਾਰੀ ਲਿਆਕਤ, ਸਾਡੀ ਸਾਰੀ ਵਿਦਵਤਾ, ਸਾਡੀ ਸਾਰੀ ਜਿਹੜੀ ਬੁੱਧੀਮਤਾ ਆ, ਸਾਡੀ ਮੱਤ ਹੈ, ਇੰਨੀ ਉੱਚੀ ਕਰ ਲਓ। ਜਦੋਂ ਤੁਸੀਂ ਤਰੀਕੇ ਦੇ ਨਾਲ ਮੱਤ ਉੱਚੀ ਕਰਕੇ ਪੰਜਾਬ ਦੀ ਕੱਲੀ ਕੱਲੀ ਪਾਰਟੀ ਦਾ ਸਿਨੈਰੀਓ ਚੈੱਕ ਕਰੋਗੇ ਤਾਂ ਤੁਹਾਨੂੰ ਇੱਕੋ ਹੀ ਪਾਰਟੀ ਨਜ਼ਰ ਆਏਗੀ ਜਿਹੜੀ ਇਹ ਕਹਿੰਦੀ ਰਹੀ, ਸਾਹਿਬ ਕਾਸ਼ੀ ਰਾਮ ਜੀ ਕਹਿੰਦੇ ਰਹੇ, ਮੇਰਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਜੇ ਤੁਸੀਂ ਉਸ ਪਾਰਟੀ ਨਾਲ ਨਹੀਂ ਨਾ ਖੜ ਸਕੇ, ਫਿਰ ਜਜ਼ਬਾਤ ਹੋਣ ਦਾ ਤੁਹਾਡਾ ਕੋਈ ਫਾਇਦਾ ਨਹੀਂ। ਤੁਹਾਡੇ ਜਜ਼ਬਾਤ ਫੇਲ ਹੈ, ਫਿਰ ਤਿਆਰ ਰਹੋ ਬਰਗਾੜੀਆਂ ਲਈ, ਫਿਰ ਤਿਆਰ ਰਹੋ ਚੱਬਿਆਂ ਲਈ, ਫਿਰ ਤਿਆਰ ਰਹਿਣਾ ਚਾਹੀਦਾ ਸਾਨੂੰ ਗੁਰੂ ਸਾਹਿਬ ਦੀ ਬੇਅਦਬੀਆਂ ਲਈ, ਸਾਨੂੰ ਤਿਆਰ ਰਹਿਣਾ ਚਾਹੀਦਾ ਮੁੜ ਕੇ 84 ਦੇ ਲਈ, ਕਿਉਂਕਿ ਇਹ ਸਰਕਾਰਾਂ ਸਾਨੂੰ ਕੁਝ ਦੇਣੇ ਵਾਲੀਆਂ ਨਹੀਂ ਆ। ਔਰ ਮੈਨੂੰ ਉਮੀਦ ਆ ਤੁਹਾਡੇ ਤੇ, ਪਰ ਮੈਨੂੰ ਭਰੋਸਾ ਤੁਹਾਡੇ ਤੇ, ਪੂਰੇ ਬਹੁਜਨ ਸਮਾਜ ਪਾਰਟੀ ਭਰੋਸਾ ਕਰਦੀ ਆ ਕਿ ਇਸ ਵਾਰੀ ਦੇ ਜਿਹੜੇ ਤੁਹਾਡੇ ਜਜ਼ਬਾਤ ਹੋਣਗੇ, ਉਹ ਜਜ਼ਬਾਤ ਪੰਜਾਬ ਔਰ ਪੰਜਾਬੀਅਤ ਦੇ ਹਿੱਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਖੜਨਗੇ। ਗੜੀ ਸਾਹਿਬ, ਅੱਜ ਵੀ ਸਟੇਜ ਦੇ ਉੱਪਰ ਹਿੱਕ ਠੋਕ ਕੇ ਕਹੋਗੇ ਕਿ ਸਾਡਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ? ਪਿਛਲੇ 9 ਮਹੀਨਿਆਂ ਦੇ ਵਿੱਚ ਪੰਜਾਬ ਦੀ ਕੋਈ ਸਟੇਜ ਇੱਦਾਂ ਦੀ ਨਹੀਂ ਹੈਗੀ ਜਿੱਥੇ ਇਹ ਨਾ ਕਿਹਾ ਹੋਵੇ ਕਿ ਜਿੱਥੇ ਅਸੀਂ ਭਾਰਤੀ ਸੰਵਿਧਾਨ ਨੂੰ ਆਪਣਾ ਸਾਰਾ ਕੁਝ ਮੰਨਦੇ ਹਾਂ, ਚੋਣ ਮੈਨੀਫੈਸਟੋ ਮੰਨਦੇ ਹਾਂ, ਉੱਥੇ ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਦੀ ਵੀ ਕਹੀ ਹੋਈ ਗੱਲ ਨੂੰ ਹਮੇਸ਼ਾ ਯਾਦ ਕਰੀਦਾ ਕਿ ਸਾਡਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਬਹੁਜਨ ਸਮਾਜ ਪਾਰਟੀ, ਮੇਰੇ ਉਹਨਾਂ ਜਜ਼ਬਾਤੀ ਵੀਰਾਂ ਨੂੰ, ਪੰਜਾਬੀ ਵੀਰਾਂ ਨੂੰ ਇਹ ਅਪੀਲ ਹੈ ਕਿ ਬਹੁਜਨ ਸਮਾਜ ਪਾਰਟੀ ਨੇ, ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, 4 ਵਾਰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੀ ਮੁੱਖ ਮੰਤਰੀ ਰਹੀ ਆ, ਕਦੇ ਚੋਣ ਮੈਨੀਫੈਸਟੋ ਨਹੀਂ ਜਾਰੀ ਕੀਤਾ, ਕਦੇ ਝੂਠੇ ਲਾਰਿਆਂ ਦੀ ਪੰਡ ਅਸੀਂ ਜਾਰੀ ਨਹੀਂ ਕੀਤੀ। ਅਸੀਂ ਅੱਜ ਵੀ ਆਪਣੇ ਸਟੈਂਡ ਦੇ ਖੜੇ ਆ ਕਿ ਸਾਡਾ ਚੋਣ ਮੈਨੀਫੈਸਟੋ। ਗੜੀ ਸਾਹਿਬ, ਤੁਹਾਨੂੰ ਕੋਈ ਇਦਾਂ ਦੀ ਗੱਲ ਲੱਗਦੀ ਹੋਵੇ ਪਈ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣੋਂ ਰਹਿ ਗਿਆ ਜਾਂ ਤੁਸੀਂ ਕਰਨੀ ਚਾਹੁੰਦੇ ਸੀਗੇ, ਇੱਥੇ ਕੋਈ ਵੀ ਗੱਲ ਕੱਟੀ ਨਹੀਂ ਜਾਣੀ ਹੋ, ਜੇ ਤੁਹਾਨੂੰ ਕੋਈ ਲੱਗਦੀ ਇਦਾਂ ਦੀ ਗੱਲ ਛੁੱਟ ਗਈ ਹੋਵੇ? ਮੇਰੀ ਇੱਕ ਅਪੀਲ ਹੈ ਸਿੱਖ ਭਾਈਚਾਰੇ ਨੂੰ, ਆਪਣੇ ਅੰਦਰ ਝਾਤੀ ਮਾਰੋ ਕਿ ਗੁਰੂ ਦੇ ਸਿੱਖ ਹੈ ਕਿ ਗੰਗੂ ਦੇ ਸਿੱਖ ਹੈ। ਜੇ ਗੰਗੂ ਦੇ ਸਿੱਖ ਹੈ ਤਾਂ ਕਿਰਪਾ ਕਰਕੇ ਬਹੁਜਨ ਸਮਾਜ ਪਾਰਟੀ ਬਾਰੇ ਨਾ ਸੋਚੋ। ਜੇ ਗੁਰੂ ਦੇ ਸਿੱਖ ਹੈ ਤੇ ਫਿਰ ਇੱਕ ਬਾਟਾ ਯਾਦ ਕਰਿਓ 10ਵੇਂ ਪਿਤਾ ਦਾ, ਤੇ ਫਿਰ ਯਾਦ ਕਰਿਓ 6ਵੀਂ ਪਾਤਸ਼ਾਹੀ ਦੀਆਂ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ, ਫਿਰ ਯਾਦ ਕਰਿਓ 5ਵੀਂ ਪਾਤਸ਼ਾਹੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ 36 ਮਹਾਂਪੁਰਸ਼ਾਂ ਦੀ, ਗੁਰੂ ਸਾਹਿਬਾਂ ਦੀ ਬਾਣੀ ਆ। ਫਿਰ ਯਾਦ ਕਰਿਓ 4ਥੀ ਪਾਤਸ਼ਾਹੀ ਦਾ 4 ਦਰਵਾਜ਼ਿਆਂ ਵਾਲਾ ਹਰਿਮੰਦਰ ਸਾਹਿਬ, ਮੇਰਾ ਉਪਦੇਸ਼ 4 ਵਰਨੋਂ ਕੋ ਸਾਂਝਾ, ਔਰ ਇੱਕ ਸਰੋਵਰ ਜਿੱਥੇ ਇਕੱਠੇ ਨਹਾਉਂਦੇ ਆ। ਮੇਰਾ ਉਹਨਾਂ ਜਜ਼ਬਾਤੀ ਸਿੱਖਾਂ ਨੂੰ ਅਪੀਲ ਹੈ ਕਿ ਜੇ ਤੁਸੀਂ ਗੁਰੂ ਦੇ ਸਿੱਖ ਹੈ ਤਾਂ ਯਾਦ ਕਰਿਓ 2ਜੀ ਔਰ 3ਜੀ ਪਾਤਸ਼ਾਹੀ ਦਾ 1 ਲੰਗਰ 1 ਪੰਗਤ। ਫਿਰ ਯਾਦ ਕਰਿਓ ਜੇ ਤੁਸੀਂ ਗੁਰੂ ਦੇ ਸਿੱਖ ਹੈ ਫਿਰ ਬਹੁਜਨ ਸਮਾਜ ਪਾਰਟੀ ਨੂੰ ਯਾਦ ਕਰਿਓ। ਇਨ ਗਰੀਬ ਸਿੱਖਣ ਕੋ 2 ਪਾਤਸ਼ਾਹੀ ਦਸ਼ਮੇਸ਼ ਪਿਤਾ ਦਾ ਸੁਪਨਾ, ਦੇਸ਼ ਤਾਂ ਛੱਡੋ ਪੰਜਾਬ ਦੀ ਧਰਤੀ ਤੇ ਵੀ ਅਧੂਰਾ ਆ। ਇਹਨੂੰ ਪੂਰਾ ਕਰਨ ਦੇ ਲਈ ਅਸੀਂ ਤੁਹਾਡੇ ਸਾਥ ਦੀ ਅਪੀਲ ਕਰਦੇ ਹਾਂ।